ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਮਾਰੂ ਕੀ ਦੂਜੀ ਵਾਰ ਦੀ ਵਿਚਾਰ ਆਪਸ ਵਿੱਚ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 8 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 9ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1097 ਤੇ ਅੰਕਿਤ ਹੈ। ਦੱਖਣੇ ਮਹਿਲਾ ਪੰਜਵਾਂ। ਜਿਨ੍ਹਾਂ ਪਿੱਛੇ ਹੋਂ ਗਈ ਸੇ ਮੈਂ ਪਿੱਛੇ ਪੀ ਰਵਿਆਸ, ਜਿਨ੍ਹਾਂ ਕੀ ਮੈਂ ਆਸੜੀ ਤਿਨਾ ਮਹਿੰਜੀ ਆਸ। ਜਿਨ੍ਹਾਂ ਪਿੱਛੇ ਹੋ ਗਈ ਦਾ ਮਤਲਬ ਜਿਨ੍ਹਾਂ ਦੇ ਪਿੱਛੇ ਮੈਂ ਫਿਰਦੀ ਹਾਂ, ਜਿਨ੍ਹਾਂ ਦੀ ਮੈਂ ਆਸ ਰੱਖੀ ਹੈ, ਜਿਨ੍ਹਾਂ ਦਾ ਮੈਂ ਸਹਾਰਾ ਭਾਲਦੀ ਹਾਂ। ਸੇ ਮੈਂ ਪਿੱਛੇ ਪੀ ਰਵਿਆਸ, ਮੈਂ ਪਿੱਛੇ ਪੀ ਰਵਿਆਸ ਦਾ ਮਤਲਬ ਉਹ ਮੇਰੇ ਪਿੱਛੇ ਤੁਰਦੇ ਫਿਰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਸ ਸੰਸਾਰ ਦਾ ਵਰਤਾਰਾ ਹੈ ਕਿ ਜਿਨ੍ਹਾਂ ਬੰਦਿਆਂ ਦੇ ਪਿੱਛੇ ਮੈਂ ਜਾਂਦਾ ਹਾਂ ਕੋਈ ਸਹਿਯੋਗ ਲੈਣ ਵਾਸਤੇ, ਜਿਨ੍ਹਾਂ ਦੀ ਮੈਂ ਆਸ ਰੱਖਦਾ ਹਾਂ ਕਿ ਸ਼ਾਇਦ ਫਲਾਂ ਇਨਸਾਨ ਦੇ ਨਾਲ ਸੰਬੰਧ ਬਣਾਉਣ ਦੇ ਨਾਲ ਮੇਰੀ ਜ਼ਿੰਦਗੀ ਅੰਦਰ ਸੁੱਖ ਸ਼ਾਂਤੀ ਆ ਜਾਏ, ਜਿਨ੍ਹਾਂ ਦੇ ਪਿੱਛੇ ਪਿੱਛੇ ਮੈਂ ਫਿਰਦਾ ਹਾਂ, ਆਸ ਲਾਈ ਫਿਰਦਾ ਹਾਂ, ਉਹ ਮੇਰੇ ਪਿੱਛੇ ਫਿਰਦੇ ਨੇ, ਉਹ ਮੇਰੀ ਆਸ ਲਾਈ ਫਿਰਦੇ ਨੇ ਕਿ ਸ਼ਾਇਦ ਇਹਦਾ ਰਾਹੀਂ ਸਾਡਾ ਕਾਰਜ ਸਮਰ ਜਾਏ। ਜਿਨ੍ਹਾਂ ਕੀ ਮੈਂ ਆਸੜੀ ਤਿਨਾ ਮਹਿੰਜੀ ਆਸ, ਜਿਨ੍ਹਾਂ ਦੀ ਸਹਾਇਤਾ ਦੀ ਮੈਂ ਆਸ ਲਾਈ ਫਿਰਦਾ ਹਾਂ, ਉਹ ਮੇਰੀ ਆਸ ਲਾਈ ਫਿਰਦੇ ਹਨ। ਭਾਵ ਕਿ ਇਸ ਦੁਨੀਆ ਦੇ ਅੰਦਰ ਆਪਸੀ ਲੈਣ ਦੇਣ ਬਣਿਆ ਹੋਇਆ ਹੈ ਔਰ ਬੰਦਾ ਇੱਕ ਦੂਜੇ ਦੇ ਉੱਤੇ ਆਸ ਰੱਖਦਾ ਹੈ ਕਿ ਸ਼ਾਇਦ ਫਲਾਂ ਬੰਦਾ ਮੇਰਾ ਕਾਰਜ ਸੰਵਾਰ ਦੇਵੇ ਜਾਂ ਦੂਜਾ ਬੰਦਾ ਮੇਰਾ ਕਾਰਜ ਸੰਵਾਰ ਦੇਵੇ। ਇੱਥੇ ਗੱਲ ਆਸ ਦੀ ਹੈ। ਕਈ ਵਾਰ ਬੰਦਾ ਐਸਾ ਹੁੰਦਾ ਕਿ ਆਪਣਾ ਕਾਰਜ ਆਪ ਨਹੀਂ ਕਰਦਾ, ਪਰ ਦੂਜਿਆਂ ਉੱਤੇ ਆਸ ਲਾਈ ਰੱਖਦਾ ਹੈ ਕਿ ਸ਼ਾਇਦ ਉਹ ਕਰਦਾ ਹੈ, ਉਹਦੇ ਰਾਹੀਂ ਹੋ ਜਾਏ। ਜਿਹੜੀ ਆਸ ਲਾਣੀ ਹੈ ਇਹ ਥੋੜੀ ਗਲਤ ਹੈ। ਸਹਿਯੋਗ ਲੈਣਾ ਹੋਰ ਗੱਲ ਹੁੰਦਾ ਹੈ ਤੇ ਆਸ ਰੱਖਣੀ ਹੋਰ ਗੱਲ ਹੁੰਦੀ ਹੈ। ਸਹਿਯੋਗ ਸਾਨੂੰ ਇੱਕ ਦੂਜੇ ਦਾ ਲੈਣਾ ਔਰ ਦੇਣਾ ਚਾਹੀਦਾ ਹੈ, ਸੇਵਾ ਇੱਕ ਦੂਜੇ ਦੀ ਕਰਨੀ ਚਾਹੀਦੀ ਹੈ, ਸਾਥ ਇੱਕ ਦੂਜੇ ਦਾ ਦੇਣਾ ਸਾਡਾ ਫਰਜ਼ ਹੈ ਔਰ ਸਾਡਾ ਹੱਕ ਹੈ ਕਿ ਅਸੀਂ ਇੱਕ ਦੂਜੇ ਤੋਂ ਸਹਿਯੋਗ ਲੈ ਸਕੀਏ। ਪਰ ਆਸ ਦਾ ਮੀਨਿੰਗ ਇਹ ਹੁੰਦਾ ਹੈ ਕਿ ਦੂਜੇ ਤੋਂ ਸਿਰਫ ਆਸ ਰੱਖਣੀ ਔਰ ਆਪ ਕੁਛ ਨਾ ਕਰਨਾ, ਉਹ ਗਲਤ ਹੈ। ਔਰ ਜਿਹੜਾ ਸਿਰਫ ਆਸਾਵਾਂ ਦੇ ਵਿੱਚ ਹੀ ਪਿਆ ਰਹਿੰਦਾ ਹੈ, ਉਹ ਜੀਵਨ ਦੇ ਅੰਦਰ ਕਦੇ ਕਾਮਯਾਬ ਨਹੀਂ ਹੁੰਦਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਮੈਂ ਕਿਸੇ ਦੀ ਆਸ ਲਾਈ ਫਿਰਦਾ, ਕੋਈ ਮੇਰੀ ਆਸ ਲਾਈ ਫਿਰਦਾ ਹੈ। ਇਸੇ ਤਰ੍ਹਾਂ ਇਹਨਾਂ ਆਸਾਵਾਂ ਦੇ ਵਿੱਚ ਹੀ ਜ਼ਿੰਦਗੀ ਜਿਹੜੀ ਹੈ ਉਹ ਬੀਤਦੀ ਰਹਿੰਦੀ ਹੈ। ਇਸ ਗੱਲ ਨੂੰ ਨੋਟ ਕਰ ਲੈਣਾ, ਆਸ ਰੱਖਣੀ ਵੱਖਰੀ ਚੀਜ਼ ਹੈ, ਸਹਿਯੋਗ ਲੈਣਾ ਵੱਖਰੀ ਚੀਜ਼ ਹੈ। ਸਹਿਯੋਗ ਨੂੰ ਗੁਰਬਾਣੀ ਦੇ ਅੰਦਰ ਸੇਵਾ ਦਾ ਨਾਮ ਵੀ ਦਿੱਤਾ ਹੈ ਨਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਇੱਕ ਦੂਜੇ ਦਾ ਸਹਿਯੋਗ ਲੈਣਾ ਔਰ ਸਹਿਯੋਗ ਕਰਨਾ ਇਹ ਹਰ ਇਨਸਾਨ ਦਾ ਹੱਕ ਵੀ ਹੈ, ਹਰ ਇਨਸਾਨ ਦਾ ਫਰਜ਼ ਵੀ ਹੈ। ਔਰ ਇੱਕ ਦੂਜੇ ਦਾ ਸਹਿਯੋਗ ਲੈਣ ਦੇ ਨਾਲ, ਦੇਣ ਦੇ ਨਾਲ ਜ਼ਿੰਦਗੀ ਦੇ ਵਿੱਚ ਕਾਮਯਾਬੀ ਵੀ ਹੁੰਦੀ ਹੈ, ਪਿਆਰ ਮੁਹੱਬਤ ਵੀ ਬਣਦਾ ਹੈ ਔਰ ਬੰਦਾ ਆਪਣੇ ਟੀਚੇ ਤੇ ਵੀ ਪਹੁੰਚਦਾ ਹੈ। ਪਰ ਜਿਹੜੇ ਲੋਕ ਸਿਰਫ ਆਸ ਰੱਖੀ ਰੱਖਦੇ ਨੇ, ਆਪ ਕੁਛ ਨਹੀਂ ਕਰਦੇ, ਉਹ ਜੀਵਨ ਦੇ ਅੰਦਰ ਕਦੇ ਵੀ ਕਾਮਯਾਬ ਨਹੀਂ ਹੁੰਦੇ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਹਮੇਸ਼ਾ ਹੀ ਨਿਰਾਸ਼ਾ ਪੈਦਾ ਹੁੰਦੀ ਹੈ, ਨਿਰਾਸ਼ਾ ਹੀ ਉਹਨਾਂ ਦੇ ਹੱਥ ਹੁੰਦੀ ਹੈ। ਮਹਿਲਾ ਪੰਜਵਾਂ। ਗਿੱਲੀ ਗਿੱਲੀ ਰੋੜੜੀ ਭੌਂਦੀ ਭਵ ਭਵ ਆਏ। ਰੋੜੜੀ ਦਾ ਮਤਲਬ ਰੋੜੀ, ਗੁੜ ਦੀ ਰੋੜੀ ਹੁੰਦੀ ਹੈ ਨਾ, ਆਪਨੇ ਗੁੜ ਬਣਦਾ ਦੇਖਿਆ ਹੋਣਾ। ਪਹਿਲਾਂ ਪੇਸੀਆਂ ਬਣਾਉਂਦੇ ਸੀ, ਕੋਈ ਰੋੜੀਆਂ ਕਹਿ ਦਿੰਦੇ ਸੀ, ਕੋਈ ਉਹਨੂੰ ਪੇਸੀਆਂ ਕਹਿ ਦਿੰਦੇ ਸੀ। ਤੇ ਜਦੋਂ ਬਰਸਾਤੀ ਮੌਸਮ ਆਉਂਦਾ ਹੈ ਤੇ ਜੇ ਗੁੜ ਠੀਕ ਢੰਗ ਦੇ ਨਾਲ ਨਾ ਬਣਿਆ ਹੋਏ ਤਾਂ ਉਹ ਕਈ ਵਾਰੀ ਨਾ ਗੁੜ ਢਿੱਲਾ ਹੋ ਜਾਂਦਾ, ਚਿਪਚਿਪਾ ਜਿਹਾ। ਤੇ ਭੌਂਦੀ ਦਾ ਮਤਲਬ ਉੱਡਦੀ ਹੋਈ, ਭੌਂਦੀ ਦਾ ਮਤਲਬ ਇੱਥੇ ਮੱਖੀ, ਭੌਂਦੀ ਮੱਖੀ। ਭਵ ਭਵ ਦਾ ਮਤਲਬ ਭੌਂ ਭੌਂ ਕੇ, ਉੱਡ ਉੱਡ ਕੇ। ਤਾਂ ਚਿਪ ਚਿਪ ਕਰਦੀ ਗੁੜ ਦੀ ਰੋੜੀ, ਗਿੱਲੀ ਚਿਪ ਚਿਪ ਕਰ ਰਹੀ ਹੈ ਜਿਹੜੀ, ਉਸ ਰੋੜੀ ਦੇ ਉੱਤੇ ਮੱਖੀ ਮੁੜ ਮੁੜ ਕੇ ਉੱਡ ਕੇ ਆ ਕੇ ਬਹਿੰਦੀ ਹੈ। ਮੱਖੀ ਉੱਡ ਉੱਡ ਕੇ ਉਸ ਗੁੜ ਦੀ ਰੋੜੀ ਤੇ ਬਹਿੰਦੀ ਹੈ।
ਤੇ ਜਦੋਂ ਗੁੜ ਦੀ ਗਿੱਲੀ ਚਿਪ ਚਿਪ ਕਰਦੀ ਰੋੜੀ ਤੇ ਬਹਿੰਦੀ ਹੈ ਤੇ ਮੱਖੀ ਦੇ ਪੈਰ ਉਸ ਰੋੜੀ ਦੇ ਨਾਲ ਚਿਪਕ ਜਾਂਦੇ ਨੇ। ਔਰ ਆਖਿਰ ਆਈ ਤੇ ਰਸ ਲੈਣ ਲਈ ਸੀ ਕਿ ਮਿੱਠਾ ਹੈ, ਲੇਕਿਨ ਉਸ ਮਿੱਠੇ ਦੇ ਅੰਦਰ ਚਿਪ ਚਿਪ ਕਰਦੀ ਗੁੜ ਦੀ ਰੋੜੀ ਵਿੱਚ ਉਹਦੇ ਪੈਰ ਅੜ ਜਾਂਦੇ ਨੇ, ਫਸ ਜਾਂਦੇ ਨੇ, ਨਾਲ ਹੀ ਚਿਪਕ ਜਾਂਦੀ ਹੈ, ਔਰ ਆਖਿਰ ਉਹ ਮੱਖੀ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਹੁਣ ਅਸੀਂ ਕਹਿੰਦੇ ਨੇ ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮੱਥਾ ਹੈ। ਇਸੇ ਤਰ੍ਹਾਂ ਜਿਹੜੇ ਬੰਦੇ ਉੱਡ ਉੱਡ ਕੇ ਮਾਇਆ ਦੇ ਉੱਤੇ ਬਹਿੰਦੇ ਨੇ, ਚਿਪਕਦੇ ਨੇ, ਉਹ ਫਸ ਜਾਂਦੇ ਨੇ। ਮਾਇਆ ਵੀ ਗੁੜ ਦੀ ਗਿੱਲੀ ਰੋੜੀ ਦੀ ਤਰ੍ਹਾਂ ਹੈ, ਬੰਦਾ ਘੁੰਮ ਘੁੰਮ ਕੇ ਇੱਥੇ ਹੀ ਆਉਂਦਾ ਹੈ, ਔਰ ਜਿਵੇਂ ਗੁੜ ਦੀ ਰੋੜੀ ਦੇ ਵਿੱਚ ਹੀ ਉਹ ਫਸ ਜਾਂਦੀ ਨਾ, ਚਿਪਕ ਜਾਂਦੀ ਹੈ, ਇਸੇ ਤਰ੍ਹਾਂ ਬੰਦਾ ਵੀ ਇਸ ਮਾਇਆ ਦੀ ਚਿਪ ਚਿਪ ਕਰਦੀ ਗਿੱਲੀ ਰੋੜੀ ਦੇ ਵਿੱਚ ਹੀ ਫਸ ਜਾਂਦਾ ਹੈ, ਔਰ ਇਹ ਮਾਇਆ ਹੀ ਇਹਦੀ ਮੌਤ ਦਾ, ਆਤਮਿਕ ਮੌਤ ਦਾ ਕਾਰਨ ਬਣ ਜਾਂਦੀ ਹੈ। ਤੇ ਮਾਇਆ ਨੂੰ ਹੁਣ ਤੁਸੀਂ ਸਾਰੇ ਕਲਾਸ ਵਾਲੇ ਵੀਰ ਭੈਣਾਂ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ ਕਿ ਕਿੱਥੇ ਬੰਦਾ ਘੁੰਮ ਘੁੰਮ ਕੇ ਵਾਪਸ ਆ ਰਿਹਾ। ਦੇਖੋ, ਪੈਸਾ, ਪ੍ਰਾਪਰਟੀ ਸਾਡੀਆਂ ਸਾਰੀਆਂ ਲੋੜਾਂ ਨੇ, ਮਾਇਆ ਇਹ ਨਹੀਂ ਹੈ। ਉਹ ਸੋਚ ਜੋ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਨਹੀਂ ਕਰਨ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਜਿਹੜੀ ਸੋਚ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਵਿਕਾਰਾਂ ਵਾਲੀ ਸੋਚ, ਬੰਦਾ ਘੁੰਮ ਘੁੰਮ ਕੇ ਇੱਥੇ ਹੀ ਆ ਰਿਹਾ ਔਰ ਇਸੇ ਸੋਚ ਦੇ ਅੰਦਰ ਹਮੇਸ਼ਾ ਫਸਿਆ ਰਹਿੰਦਾ ਹੈ। ਇਹ ਸੋਚ ਵਿੱਚੋਂ ਬਾਹਰ ਨਿਕਲਦਾ ਹੀ ਨਹੀਂ। ਇਹ ਮਾਇਆ ਵਾਲੀ ਸੋਚ ਹੀ ਉਹਦੀ ਮੌਤ ਦਾ ਕਾਰਨ ਬਣ ਜਾਂਦੀ। ਉਬਰੇ ਭਾਗ ਮਥਾਏ, ਮਥਾਏ ਦਾ ਮਤਲਬ ਮੱਥੇ ਤੇ। ਉਹ ਬੰਦੇ ਬਚ ਜਾਂਦੇ ਨੇ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਦੇ ਨੇ। ਹੁਣ ਮੱਥੇ ਦਾ ਭਾਗ ਦਾ ਮਤਲਬ ਉਹ ਨਹੀਂ ਕਿ ਕਿਸਮਤ, ਮੱਥੇ ਦੇ ਭਾਗ ਦਾ ਮਤਲਬ ਕਿ ਜੋ ਅੰਦਰ ਸਾਡੇ ਸੰਸਕਾਰ ਪਏ ਹੋਏ ਨੇ, ਸ਼ੁਭ, ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ, ਜਿਹੜੇ ਸਾਡੇ ਅੰਦਰਲੇ ਸੰਸਕਾਰ ਨੇ, ਜਦੋਂ ਅੰਦਰਲੇ ਸੰਸਕਾਰ ਚੰਗੇ ਸ਼ੁਭ ਜਾਗਦੇ ਨੇ, ਉਹ ਲੋਕ ਬਚ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਸ਼ੁਭ ਸੰਸਕਾਰ ਨੇ, ਜਿਨ੍ਹਾਂ ਦੇ ਅੰਦਰ ਚੰਗੇ ਗੁਣਾਂ ਦੇ ਨਿਊਰਨਲ ਪੈਟਰਨ ਬਣੇ ਨੇ, ਜਿਨ੍ਹਾਂ ਦੀ ਸਕਾਰਾਤਮਕ ਸੋਚ ਹੈ, ਜਿਨ੍ਹਾਂ ਦੇ ਸੁਭਾਅ ਦੇ ਅੰਦਰ ਰੱਬੀ ਗੁਣ ਮੌਜੂਦ ਨੇ। ਉਹ ਲੋਕ ਇਸ ਮਾਇਆ ਵਾਲੀ ਸੋਚ ਤੋਂ ਬਚ ਜਾਂਦੇ ਨੇ, ਉਹ ਇਸ ਸੋਚ ਦੇ ਅੰਦਰ ਨਹੀਂ ਫਸਦੇ। ਮਹਿਲਾ ਪੰਜਵਾਂ, ਡਿੱਠਾ ਹੱਬ ਮੰਜਾਹੇ ਖਾਲੀ ਕੋਏ ਨਾ ਜਾਣੀਐ। ਡਿੱਠਾ ਦਾ ਮਤਲਬ ਮੈਂ ਵੇਖਿਆ ਹੈ, ਹੱਬ ਮੰਜਾਹੇ ਦਾ ਮਤਲਬ ਸਾਰਿਆਂ ਦੇ ਅੰਦਰ, ਖਾਲੀ ਕੋਏ ਨਾ ਜਾਣੀਐ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਅਚਰਜ ਖੇਡ ਹੈ ਕਿ ਆਮ ਲੋਕ ਮਾਇਆ ਦੀ ਵਿੱਚ ਫਸੇ ਹੋਏ ਨੇ, ਚਿਪ ਚਿਪ ਕਰਦੀ ਮਾਇਆ ਦੀ ਰੂੜੀ ਵਿੱਚ, ਗੁੜ ਦੀ ਰੂੜੀ ਵਿੱਚ ਫਸੇ ਨੇ ਲੋਕ। ਪਰ ਅਸਲੀਅਤ ਇਹ ਹੈ, ਗੁਰੂ ਜੀ ਕਹਿੰਦੇ ਨੇ ਕਿ ਮੈਂ ਰੱਬ ਨੂੰ ਹਰ ਇੱਕ ਦੇ ਅੰਦਰ ਵਸਦਾ ਵੇਖਿਆ ਹੈ। ਜਿਹੜੇ ਲੋਕ ਮਾਇਆ ਦੇ ਵਿੱਚ ਵੀ ਫਸੇ ਨੇ, ਵਿਕਾਰਾਂ ਵਿੱਚ ਵੀ ਪਏ ਨੇ ਜਾਂ ਨਹੀਂ ਵਿਕਾਰਾਂ ਵਿੱਚ ਪਏ, ਗੁਰੂ ਜੀ ਕਹਿੰਦੇ ਨੇ ਮੈਂ ਰੱਬ ਨੂੰ ਸਾਰਿਆਂ ਦੇ ਵਿੱਚ ਵੇਖਣਾ, ਮੈਨੂੰ ਰੱਬ ਸਾਰਿਆਂ ਦੇ ਅੰਦਰ ਦਿਸਦਾ ਹੈ। ਖਾਲੀ ਕੋਈ ਨਾ ਜਾਣੀਏ, ਕੋਈ ਵੀ ਇਨਸਾਨ ਰੱਬ ਤੋਂ ਖਾਲੀ ਨਹੀਂ। ਕੋਈ ਜਗ੍ਹਾ ਦੁਨੀਆ ਵਿੱਚ ਐਸੀ ਖਾਲੀ ਨਹੀਂ ਜਿੱਥੇ ਰੱਬ ਨਾ ਹੋਵੇ। ਕੋਈ ਖਾਲੀ ਨਹੀਂ ਜਗ੍ਹਾ, ਐਸੀ ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਾ ਹੋਵੇ, ਸਭ ਥਾਂ ਤੇ। ਔਰ ਹਕੀਕਤ ਇਹੀ ਹੈ, ਹਕੀਕਤ ਇਹੀ ਹੈ ਕਿ ਜਿਹੜੇ ਮਾਇਆ ਵਾਲੀ ਸੋਚ ਵਿੱਚ ਫਸੇ ਨੇ, ਔਗੁਣਾਂ ਦੇ ਅੰਦਰ ਫਸੇ ਨੇ, ਤੇ ਹਕੀਕਤ ਤਾਂ ਇਹ ਹੈ ਕਿ ਪੋਸੀਬਿਲਿਟੀ ਤਾਂ ਉਹਨਾਂ ਦੇ ਅੰਦਰ ਵੀ ਹੈ ਰੱਬੀ ਗੁਣਾਂ ਨੂੰ ਧਾਰਨ ਕਰਨ ਦੀ। ਇਨਸਾਨੀਅਤ ਤਾਂ ਉਹਨਾਂ ਦੇ ਅੰਦਰ ਵੀ ਪਈ ਹੋਈ ਹੈ, ਸ਼ੁਭ ਗੁਣ ਤਾਂ ਉਹਨਾਂ ਦੇ ਅੰਦਰ ਵੀ ਪਏ ਹੋਏ ਨੇ, ਸਚਾਈ ਦਇਆ ਤੇ ਉਹਨਾਂ ਦੇ ਅੰਦਰ ਵੀ ਪਈ ਹੋਈ ਹੈ। ਯੂਜ਼ ਨਹੀਂ ਕਰ ਰਹੇ, ਉਹਨਾਂ ਨੂੰ ਦਿਸ ਨਹੀਂ ਰਿਹਾ, ਸਿਰਫ ਉਹ ਗਲਤ ਸੋਚ ਦੇ ਨਾਲ ਚਿੰਬੜੇ ਹੋਏ ਨੇ। ਗੁਰੂ ਜੀ ਕਹਿੰਦੇ ਨੇ ਰੱਬ ਤੋਂ ਖਾਲੀ ਕੋਈ ਜਗ੍ਹਾ ਨਹੀਂ, ਕੋਈ ਅਸਥਾਨ ਐਸਾ ਨਹੀਂ ਜਿੱਥੇ ਕਿ ਰੱਬ ਪਸਰਿਆ ਹੋਇਆ ਨਹੀਂ, ਜਿੱਥੇ ਰੱਬੀ ਗੁਣ ਨਹੀਂ, ਜਿੱਥੇ ਸਚਾਈ ਨਹੀਂ, ਦਇਆ ਨਹੀਂ, ਧਰਮ ਧੀਰਜ ਨਹੀਂ, ਕੋਈ ਵੀ ਖਾਲੀ ਨਹੀਂ ਹੈ। ਹਰ ਇੱਕ ਦੇ ਅੰਦਰ ਰੱਬੀ ਗੁਣ ਮੌਜੂਦ ਨੇ, ਹਰ ਇੱਕ ਦੇ ਅੰਦਰ ਇਹ ਮੌਜੂਦ ਨੇ। ਤੈ ਸਖੀ ਭਾਗ ਮਥਾਹੇ ਜਿੰਨੀ ਮੇਰਾ ਸੱਜਣ ਰਾਵਿਆ। ਤੈ ਮਥਾਹੇ ਦਾ ਮਤਲਬ ਉਹਨਾਂ ਦੇ ਮੱਥੇ ਤੇ, ਰਾਵਿਆ ਦਾ ਮਤਲਬ ਮਿਲਾਪ ਦਾ ਰਸ ਮਾਣਿਆ। ਰੱਬ ਸਾਰਿਆਂ ਦੇ ਅੰਦਰ ਹੈ, ਖਾਲੀ ਕੋਈ ਨਹੀਂ ਹੈ। ਪਰ ਗੁਰੂ ਜੀ ਕਹਿੰਦੇ ਨੇ ਉਹਨਾਂ ਸਖੀਆਂ ਸਤਸੰਗੀਆਂ ਦੇ ਭਾਗ ਜਾਗਦੇ ਨੇ ਜਿਨ੍ਹਾਂ ਨੇ ਮੇਰੇ ਸੱਜਣ ਪਿਆਰੇ ਦਾ ਮਿਲਾਪ ਪ੍ਰਾਪਤ ਕੀਤਾ ਹੈ। ਉਹ ਖੁਸ਼ਕਿਸਮਤ ਨੇ, ਉਹ ਇਨਸਾਨ ਮਹਾਨ ਨੇ।
ਹੈ ਸਾਰਿਆਂ ਦੇ ਅੰਦਰ। ਭਾਗਾਂ ਵਾਲੇ ਉਹ ਨੇ ਜਿਨ੍ਹਾਂ ਨੇ ਮੇਰੇ ਸੱਜਣ ਪਿਆਰੇ ਦਾ ਮਿਲਾਪ ਹਾਸਲ ਕੀਤਾ ਹੈ। ਹੁਣ ਇਹ ਗੱਲ ਆਪਾਂ ਰੋਜ਼ ਬਾਰ-ਬਾਰ ਕਹਿ ਰਹੇ ਹਾਂ, ਸਾਂਝੀ ਕਰ ਰਹੇ ਹਾਂ ਕਿ ਰੱਬੀ ਗੁਣ ਤਾਂ ਸਾਰਿਆਂ ਦੇ ਅੰਦਰ ਮੌਜੂਦ ਨੇ। ਇਹਦੇ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਮੇਰੇ ਅੰਦਰ ਨਿਮਰਤਾ, ਸਚਾਈ, ਦਇਆ, ਪ੍ਰੇਮ, ਇਨਸਾਨੀਅਤ ਨਹੀਂ। ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਹੈ। ਲੇਕਿਨ ਅਸੀਂ ਇਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰ ਰਹੇ, ਇਹਨਾਂ ਨੂੰ ਵਰਤੋਂ ਵਿੱਚ ਨਹੀਂ ਲਿਆ ਰਹੇ। ਇਹ ਸਾਡੀ ਪ੍ਰੋਬਲਮ ਹੈ। ਤਾਂ ਗੁਰੂ ਜੀ ਕਹਿੰਦੇ ਨੇ ਹੈ ਸਭ ਦੇ ਅੰਦਰ, ਪਰ ਮਹਾਨ ਇਨਸਾਨ ਉਹ ਹੁੰਦੇ ਨੇ ਜੋ ਆਪਣੇ ਅੰਦਰੋਂ ਇਹਨਾਂ ਗੁਣਾਂ ਨੂੰ ਪ੍ਰਗਟ ਕਰਦੇ ਨੇ, ਇਹਨਾਂ ਰੱਬੀ ਗੁਣਾਂ ਦੇ ਨਾਲ ਮਿਲਦੇ ਨੇ, ਇਹਨਾਂ ਨੂੰ ਇੰਪਲੀਮੈਂਟ ਕਰ ਲੈਂਦੇ ਨੇ। ਪੌੜੀ ਹਉ ਢਾਢੀ ਹਰ ਗੁਣ ਗਾਵੰਦਾ, ਜੇ ਹਰ ਪ੍ਰਭ ਭਾਵੈ। ਹਉ ਦਾ ਮਤਲਬ ਮੈਂ, ਦਰ ਦਾ ਮਤਲਬ ਦਰ ਤੇ, ਪ੍ਰਭ ਭਾਵੈ ਦਾ ਮਤਲਬ ਜੇ ਪ੍ਰਭੂ ਨੂੰ ਚੰਗਾ ਲੱਗੇ। ਜੇ ਪ੍ਰਭੂ ਨੂੰ ਚੰਗਾ ਲੱਗੇ ਮਤਲਬ ਕਿ ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ ਮੈਂ ਢਾਡੀ ਉਸ ਪ੍ਰਭੂ ਦੇ ਗੁਣ ਗਾਉਂਦਾ ਹਾਂ। ਜੇ ਰੱਬੀ ਰਜ਼ਾ ਦੀ ਮੈਨੂੰ ਸਮਝ ਆ ਜਾਏ, ਜਦੋਂ ਮੈਂ ਰੱਬੀ ਰਜ਼ਾ ਦੇ ਵਿੱਚ ਸਮਝ ਆਉਂਦੀ ਹੈ ਤਾਂ ਫਿਰ ਮੈਂ ਪ੍ਰਭੂ ਦੇ ਗੁਣ ਗਾਉਂਦਾ ਹਾਂ। ਕਿਉਂਕਿ ਸਿਸਟਮ ਹੈ ਨਾ ਗੁਣਾਂ ਦਾ ਔਰ ਔਗੁਣਾਂ ਦਾ। ਜੇ ਅਸੀਂ ਗੁਣਾਂ ਵਾਲੇ ਰਾਹ ਦੇ ਉੱਤੇ ਚੱਲਣਾ ਹੈ ਤੇ ਉਹਦੀ ਕੋਈ ਰਿਕੁਆਇਰਮੈਂਟ ਹੈ, ਉਹ ਰਿਕੁਆਇਰਮੈਂਟ ਅਸੀਂ ਪੂਰੀ ਕਰੀਏ, ਉਹਦੀ ਸਮਝ ਆਵੇ ਤਾਂ ਹੀ ਅਸੀਂ ਉਸ ਪਾਸੇ ਜਾਈਏ। ਤੇ ਜੇ ਕਈ ਵਾਰ ਐਸਾ ਹੁੰਦਾ ਹੈ ਸਮਝ ਹੈ ਪਰ ਬੰਦਾ ਜਾਣਬੁੱਝ ਕੇ ਨਹੀਂ ਜਾਂਦਾ, ਉਹ ਵੱਖਰਾ ਟੌਪਿਕ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਾਂ ਮੈਂ ਪ੍ਰਭੂ ਦੇ ਗੁਣ ਗਾਉਂਦਾ ਹਾਂ। ਪ੍ਰਭ ਮੇਰਾ ਥਿਰ ਥਾਵਰੀ, ਹੋਰ ਆਵੇ ਜਾਵੇ। ਥਾਵਰੀ ਦਾ ਮਤਲਬ ਹੁੰਦਾ ਹੈ ਟਿਕਾਣੇ ਵਾਲਾ, ਟਿਕਾਣੇ ਵਾਲਾ। ਥਿਰ ਥਾਵਰੀ ਦਾ ਮਤਲਬ ਹੈਗਾ ਜਿਹੜਾ ਸਦਾ ਟਿਕਿਆ ਰਹਿਣ ਵਾਲਾ ਹੋਵੇ, ਜਿਹਦਾ ਟਿਕਾਣਾ ਸਦਾ ਹੋਵੇ, ਜਿਹਨੇ ਕਦੇ ਖਤਮ ਨਾ ਹੋਣਾ ਹੋਵੇ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਮੇਰਾ ਥਿਰ ਟਿਕਾਣੇ ਵਾਲਾ ਹੈ, ਸदैवी ਥਿਰ ਹੈ। ਹੋਰ ਆਵੇ ਜਾਵੇ ਦਾ ਮਤਲਬ ਹੋਰ ਜੋ ਜੀਵ ਜੰਤ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ, ਜੰਮਦੇ ਮਰਦੇ ਰਹਿੰਦੇ ਨੇ। ਕਿਸੇ ਦਾ ਇਸ ਸੰਸਾਰ ਤੇ ਜਨਮ ਹੁੰਦਾ ਹੈ, ਕਿਸੇ ਦੀ ਮੌਤ ਹੁੰਦੀ ਹੈ। ਜਿਵੇਂ ਹੁਣ ਅਸੀਂ ਜੰਮੇ ਆ ਤੇ ਅਸੀਂ ਇੱਕ ਦਿਨ ਮਰ ਜਾਣਾ ਹੈ। ਪ੍ਰਭੂ ਸदैव ਹੈ, ਉਹ ਜਨਮ ਮਰਨ ਤੋਂ ਰਹਿਤ ਹੈ। ਸੋ ਮੰਗਾ ਦਾਨ ਗੁਸਾਈਆਂ, ਜਿਤ ਭੁੱਖ ਲਹਿ ਜਾਵੇ। ਹੇ ਧਰਤੀ ਦੇ ਸਾਈਂ, ਮੈਂ ਤੇਥੋਂ ਉਦਾਨ ਮੰਗਦਾ ਹਾਂ ਜਿਸ ਨਾਲ ਮੇਰੀ ਮਾਇਆ ਦੀ ਭੁੱਖ ਲੈ ਜਾਏ, ਮੇਰੇ ਅੰਦਰ ਤ੍ਰਿਪਤੀ ਆ ਜਾਏ। ਤੇ ਯਾਦ ਰੱਖਣ ਵਾਲੀ ਗੱਲ ਹੈ, ਇੱਥੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ। ਮਾਇਆ ਦਾ ਮਤਲਬ ਜਿਹੜੀ ਮਾੜੀ ਸੋਚ ਦੇ ਅੰਦਰ ਮੈਂ ਖਚਤ ਹਾਂ, ਮੇਰੀ ਭੁੱਖ ਲੈ ਜਾਏ, ਇਸ ਚੀਜ਼ ਵੱਲੋਂ ਮੈਂ ਤ੍ਰਿਪਤ ਹੋ ਜਾਵਾਂ। ਮੇਰ ਤੇਰ ਦੇ ਬੜੇ ਵਿਤਕਰੇ ਕਰਕੇ ਵੇਖ ਲੈਂਦੇ, ਹੰਕਾਰ ਕਰ ਕਰਕੇ ਥੱਕ ਗਿਆ ਹਾਂ, ਅੱਕ ਗਿਆ ਹਾਂ, ਕਾਮ ਕ੍ਰੋਧ ਵਿੱਚੋਂ ਕੁਝ ਨਹੀਂ ਮਿਲਿਆ। ਮੈਂ ਦੂਜਿਆਂ ਦੇ ਨਾਲ ਈਰਖਾ ਕਰ ਕਰਕੇ ਸੜ ਮਰ ਗਿਆ ਹਾਂ। ਮੈਨੂੰ ਹੁਣ ਇਧਰੋਂ ਤ੍ਰਿਪਤੀ ਮਿਲ ਜਾਏ, ਇਹ ਮੇਰੀ ਭੁੱਖ ਲੈ ਜਾਏ ਇਹਨਾਂ ਵਿਕਾਰਾਂ ਦੀ, ਇਸ ਮਾਇਆ ਵੱਲੋਂ ਮੈਂ ਰੱਜ ਜਾਵਾਂ। ਮੈਂ ਐਸਾ ਦਾਨ ਮੰਗਣਾ। ਤੇ ਐਸਾ ਦਾਨ ਕਿਹੜਾ ਹੈ? ਹੁਣ ਝੂਠ ਦੀ ਭੁੱਖ ਕਿਵੇਂ ਲੈ ਸਕਦੀ ਹੈ? ਕਿ ਝੂਠ ਬੋਲ ਬੋਲ ਕੇ ਝੂਠ ਦੀ ਭੁੱਖ ਲੈ ਜਾਏਗੀ? ਨਾ, ਝੂਠ ਖਤਮ ਤਾਂ ਹੋਏਗਾ ਜੇ ਸੱਚ ਦੀ ਭੁੱਖ ਲੱਗ ਜਾਏ। ਈਰਖਾ ਦੀ ਭੁੱਖ ਖਤਮ ਹੋਏਗੀ ਜੇ ਅੰਦਰ ਪ੍ਰੇਮ ਦੀ ਭੁੱਖ ਲੱਗ ਜਾਏ। ਸ਼ੁਭ ਗੁਣਾਂ ਦੀ ਭੁੱਖ ਲੱਗ ਜਾਏ ਤਾਂ ਵਿਕਾਰਾਂ ਦੀ ਭੁੱਖ ਆਟੋਮੈਟਿਕਲੀ ਮਿਟ ਜਾਏਗੀ। हे ਮਾਲਕ ਜੀ, ਮੈਂ ਤੇਰੇ ਤੋਂ ਸ਼ੁਭ ਗੁਣਾਂ ਦੀ ਦਾਤ ਮੰਗਦਾ ਹਾਂ, ਜਿਸ ਕਰਕੇ ਮੇਰੇ ਅੰਦਰੋਂ ਵਿਕਾਰਾਂ ਦੀ ਜੋ ਤੜਪ ਹੈ, ਵਿਕਾਰਾਂ ਦੀ ਜੋ ਭੁੱਖ ਜਿਹੜੀ ਮੇਰੇ ਅੰਦਰ ਬਿਰਤੀ ਹੈ, ਉਹ ਖਤਮ ਹੋ ਜਾਵੇ। ਪ੍ਰਭ ਜੀ ਉਹ ਦੇਵੋ ਦਰਸ਼ਨ ਆਪਣਾ, ਜਿਤ ਢਾਢੀ ਤ੍ਰਿਪਤ ਆਵੇ। हे ਪ੍ਰਭੂ, ਮੈਨੂੰ ਆਪਣਾ ਦਰਸ਼ਨ ਦੇ ਜਿਸ ਨਾਲ ਮੈਂ ਢਾਡੀ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਵਾਂ, ਮੇਰੀ ਤ੍ਰਿਪਤੀ ਹੋ ਜਾਏ। ਮੈਨੂੰ ਆਪਣਾ ਦਰਸ਼ਨ ਦੇ, ਮੈਂ ਤੈਨੂੰ ਇਸ ਕਾਇਨਾਤ ਵਿੱਚ ਵੇਖ ਸਕਾਂ। ਤੇ ਯਾਦ ਰੱਖਣਾ, ਹੁਣ ਸਾਡੇ ਅੰਦਰ ਈਰਖਾ, ਦਵੇਸ਼, ਵੈਰ, ਵਿਰੋਧ ਆਦਿਕ ਹੈ। ਤੇ ਜੇ ਮੈਨੂੰ ਪ੍ਰਭੂ ਦੇ ਦਰਸ਼ਨ ਹੋ ਜਾਣ ਆਪਣੇ ਅੰਦਰੋਂ, ਜਿਹੜੇ ਮੇਰੇ ਅੰਦਰ ਰੱਬੀ ਗੁਣ ਵਸਦੇ ਨੇ, ਮੈਨੂੰ ਇਹ ਸਮਝ ਆ ਜਾਏ ਕਿ ਮਨ ਤੂੰ ਜੋਤ ਸਰੂਪ ਹੈ, ਔਰ ਮੈਂ ਇਸ ਗੱਲ ਨੂੰ ਅਮਲੀ ਜ਼ਿੰਦਗੀ ਵੀ ਦੇਣ ਜੋਗਾ ਹੋ ਜਾਵਾਂ, ਔਰ ਮੈਨੂੰ ਤੁਹਾਡੇ ਵਿੱਚ ਵੀ ਰੱਬ ਦੇ ਦਰਸ਼ਨ ਹੋਣ। ਸਭ ਮੈਂ ਜੋਤ ਜੋਤ ਹੈ ਸੋਏ, ਮੈਂ ਤੁਹਾਡੇ ਨਾਲ ਵੀ ਰੱਬ ਵਰਗਾ ਪਿਆਰ ਵਿਹਾਰ ਕਰਨ ਵਾਲਾ ਹੋ ਜਾਵਾਂ, ਤਾਂ ਫਿਰ ਮੇਰੀ ਤ੍ਰਿਪਤੀ ਹੋ ਜਾਏਗੀ। ਕੋਈ ਭੁੱਖ ਰਹਿਣੀ ਨਹੀਂ ਹੈ। ਫਿਰ ਕਾਹਦੀ ਭੁੱਖ ਰਹਿ ਜਾਣੀ ਹੈ? ਫਿਰ ਬੰਦਾ ਤ੍ਰਿਪਤ ਹੋ ਜਾਂਦਾ ਹੈ। हे ਮਾਲਕ, ਮੇਰੇ ਤੇ ਰਹਿਮਤ ਕਰ
ਕਿ ਮੈਂ ਚਾਰ ਚੁਫੇਰੇ ਵਸਤਿਆਂ ਤੈਨੂੰ ਵੇਖ ਸਕਾਂ, ਤੇਰੀ ਰਜ਼ਾ ਦੇ ਅੰਦਰ ਚੱਲ ਸਕਾਂ, ਤੇਰੇ ਦੀਦਾਰ ਕੁਦਰਤ ਚੋਂ ਕਰ ਸਕਾਂ, ਜਿਸ ਕਰਕੇ ਮੇਰੀ ਵਿਕਾਰਾਂ ਦੀ ਭੁੱਖ ਲੈ ਜਾਏ। ਪਰਦਾਸ ਸੁਣੀ ਦਾਤਾਰ ਪ੍ਰਭ, ਢਾਡੀ ਕੋ ਮਹਿਲ ਬੁਲਾਵੇ। ਤਾਂ ਪ੍ਰਭੂ ਨੇ ਅਰਦਾਸ ਸੁਣੀ ਔਰ ਮੈਨੂੰ ਢਾਡੀ ਨੂੰ ਆਪਣੇ ਮਹਿਲ ਵਿੱਚ ਬੁਲਾ ਲਿਆ। ਹੁਣ ਇੱਥੇ ਮਹਿਲ ਦਾ ਮਤਲਬ ਇਹ ਨਹੀਂ ਕਿ ਕੋਈ ਉੱਤੇ ਰੱਬ ਦਾ ਵੱਖਰਾ ਮਹਿਲ ਹੈ। ਮਹਿਲ ਦਾ ਮਤਲਬ ਅੰਦਰ ਹੀ ਹੈ ਤੁਹਾਡੇ ਟਿਕਾਣਾ, ਔਰ ਜਗਤ ਦੇ ਕਣ-ਕਣ ਦੇ ਅੰਦਰ ਉਹ ਵਸ ਰਿਹਾ ਹੈ। ਉਹ ਅਸਥਾਨ, ਉਹ ਸੋਚ, ਜਿਸ ਸੋਚ ਦੇ ਅੰਦਰ ਜਾ ਕੇ ਬੰਦਾ ਰੱਬ ਨੂੰ ਚਾਰ ਚੁਫੇਰੇ ਵੇਖਦਾ ਹੈ ਔਰ ਬੰਦਾ ਰੱਬ ਵਰਗਾ ਹੋ ਜਾਂਦਾ ਹੈ, ਉਹ ਸੋਚ ਹੀ ਰੱਬ ਦਾ ਮਹਿਲ ਹੈ। ਤੇ ਇਸ ਸੋਚ ਦੇ ਅੰਦਰ ਸਾਡੀ ਸੋਚ ਵੀ ਸਮਾ ਜਾਏ, ਮੇਰੀ ਮੈਂਟੈਲਿਟੀ ਵੀ ਐਸੀ ਹੋ ਜਾਏ, ਇਸੇ ਨੂੰ ਕਹਿੰਦੇ ਨੇ ਕਿ ਰੱਬ ਨੇ ਮੈਨੂੰ ਆਪਣੇ ਮਹਿਲ ਵਿੱਚ ਬੁਲਾ ਲਿਆ। ਭਾਵ ਕਿ ਜਦੋਂ ਬੰਦਾ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਤਾਂ ਉਹਦੀ ਸੁਰਤ ਸਦਾ ਵਾਸਤੇ ਰੱਬੀ ਚਰਨਾਂ ਵਿੱਚ ਟਿਕ ਜਾਂਦੀ ਹੈ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿਤ ਨਾ ਆਵੇ। ਪ੍ਰਭੂ ਦਾ ਦੀਦਾਰ ਕਰਦਿਆਂ ਮੇਰੀ ਮਾਇਆ ਵਾਲੀ ਭੁੱਖ ਕਿ ਉਸ ਮਾਇਆ ਤੋਂ ਪੈਦਾ ਹੋਏ ਦੁੱਖ ਦੂਰ ਹੋ ਗਏ। ਹੁਣ ਮੈਨੂੰ ਕੁਝ ਮੰਗਣਾ ਚੇਤੇ ਨਹੀਂ ਆਉਂਦਾ ਕਿ ਮੰਗਾ ਕੀ। ਹੁਣ ਮੰਗਣਾ ਹੀ ਨਹੀਂ ਚੇਤੇ ਆਉਂਦਾ ਕਿ ਕੀ ਮੰਗਾ। ਹੁਣ ਕੋਈ ਮੰਗ ਨਹੀਂ ਨਾ ਰਹਿ ਗਈ। ਮੰਗ ਉਦੋਂ ਤੱਕ ਜਦੋਂ ਰੱਬ ਤੋਂ ਵੱਖਰਾ ਹੈ। ਇੱਕ ਨਦੀ ਸਮੁੰਦਰ ਵਿੱਚ ਜਾ ਕੇ ਕੀ ਮੰਗੇਗੀ, ਕਿਉਂਕਿ ਹੁਣ ਨਦੀ ਹੀ ਨਹੀਂ ਰਹੀ। ਇੱਕ ਬੂੰਦ ਦੀ ਕੋਈ ਮੰਗ ਹੋ ਸਕਦੀ ਹੈ, ਪਰ ਜੇ ਉਹ ਬੂੰਦ ਸਮੁੰਦਰ ਵਿੱਚ ਪੈ ਜਾਏ ਤਾਂ ਫਿਰ ਉਹਦੀ ਮੰਗ ਖਤਮ ਹੋ ਜਾਂਦੀ ਹੈ ਨਾ, ਮੰਗ ਹੀ ਨਹੀਂ ਰਹਿ ਗਈ। ਹੁਣ ਕੀ ਮੰਗਾ ਜਦੋਂ ਜੀਵਨ ਦਾਤਾ ਹੀ ਮਿਲ ਗਿਆ, ਜੀਵਨ ਦਾ ਸਾਗਰ ਹੀ ਮਿਲ ਗਿਆ। ਤਾਂ ਪ੍ਰਭੂ ਨੂੰ ਵੇਖਦਿਆਂ ਮੇਰੀ ਦੁੱਖ ਭੁੱਖ ਚਲੀ ਗਈ। ਹੁਣ ਮੇਰੇ ਕੁਝ ਚੇਤੇ ਵਿੱਚ ਨਹੀਂ, ਇਹ ਮੰਗਾਂ ਹੀ ਮੁੱਕ ਗਈਆਂ ਨੇ। ਸਭੇ ਇੱਛਾ ਪੂਰੀਆਂ ਲਗ ਪ੍ਰਭ ਕੇ ਪਾਵੇਂ। ਪਾਵੇਂ ਦਾ ਮਤਲਬ ਪੈਰੀ। ਪ੍ਰਭੂ ਦੀ ਚਰਨੀ ਲੱਗ ਕੇ ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ, ਇੱਛਾ ਪੂਰੀਆਂ ਹੋ ਗਈਆਂ। ਹੁਣ ਇੱਛਾ ਪੂਰੀਆਂ ਹੋਣ ਦਾ ਮਤਲਬ ਇਹ ਨਹੀਂ ਕਿ ਕਾਰਾਂ ਤੇ ਬੱਸਾਂ ਟਰੱਕ ਮਿਲ ਗਏ। ਇੱਛਾ ਪੂਰੀਆਂ ਹੋਣ ਦਾ ਮੀਨਿੰਗ ਇਹ ਹੈ ਕਿ ਇੱਛਾ ਖਤਮ ਹੋ ਗਈਆਂ। ਜਿਵੇਂ ਆਪਾਂ ਬਹੁਤ ਵਾਰ ਵਿਚਾਰਿਆ ਹੈ ਕਿ ਅੱਜ 1 ਮਹੀਨਾ ਹੋ ਗਿਆ ਸੀ ਕੰਮ ਤੇ ਲੱਗਿਆ ਨੂੰ, ਅੱਜ ਕੰਮ ਪੂਰਾ ਹੋ ਗਿਆ। ਪੂਰਾ ਦਾ ਮਤਲਬ ਮੁੱਕ ਗਿਆ ਹੈ। ਇੱਛਾ ਪੂਰੀਆਂ ਹੋ ਗਈਆਂ ਦਾ ਮਤਲਬ ਇੱਛਾਵਾਂ ਹੀ ਮੁੱਕ ਗਈਆਂ ਨੇ। ਹੁਣ ਕੋਈ ਆਸਾਵਾਂ ਤ੍ਰਿਸ਼ਨਾਵਾਂ ਨਹੀਂ ਰਹੀਆਂ। ਹਉ ਨਿਰਗੁਣ ਢਾਡੀ ਬਖਸ਼ੂਨ, ਪ੍ਰਭ ਪੁਰਖ ਵੇਦਾਵੈ। ਵੇਦਾਵੈ, ਵੇਦਾਵੈ ਦਾ ਮਤਲਬ ਨਿਮਾਣੇ ਨੂੰ, ਮੈਂ ਨਿਮਾਣਾ। ਤਾਂ ਉਸ ਪੁਰਖ ਨੇ ਮੈਨੂੰ ਨਿਮਾਣੇ ਗੁਣਹੀਨ ਢਾਡੀ ਨੂੰ ਬਖਸ਼ ਲਿਆ। ਮੈਂ ਰਹਿਮਤ ਦਾ ਪਾਤਰ ਬਣ ਗਿਆ। ਮਤਲਬ ਕਿ ਜੇ ਕੋਈ ਗੁਨਾਹ ਤੋਂ ਸਖਣਾ ਇਨਸਾਨ ਵੀ ਰੱਬੀ ਰਜ਼ਾ ਵਿੱਚ ਜਾਂਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਂਦਾ ਹੈ, ਤਾਂ ਉਹਦੇ ਵੀ ਪਿਛਲੇ ਔਗੁਣ ਸਾਰੇ ਖਤਮ ਹੋ ਜਾਂਦੇ ਨੇ। ਉਸ ਦਾ ਵੀ ਜੀਵਨ ਸੋਹਣਾ ਬਣ ਜਾਂਦਾ ਹੈ। ਉਹ ਵੀ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਰੂਪ ਹੋ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ। ਦੱਖਣੇ ਮਹਿਲਾ ਪੰਜਵਾਂ। ਜਾਂ ਛੁੱਟੇ ਤਾਂ ਖਾਕ ਤੂੰ, ਜਾਂ ਛੁੱਟੇ ਤਾਂ ਖਾਕ ਤੂੰ ਸੁੰਨੀ ਕੰਤ ਨਾ ਜਾਣਹੀ। ਇਸ ਦਾ ਵਿਸਰਾਮ ਪੰਕਤੀ ਦਾ ਇਸ ਤਰ੍ਹਾਂ ਹੋਏਗਾ, ਜਾਂ ਛੁੱਟੇ ਤਾਂ ਖਾਕ ਤੂੰ ਸੁੰਨੀ ਕੰਤ ਨਾ ਜਾਣਹੀ। ਜਾਂ ਛੁੱਟੇ ਦਾ ਮਤਲਬ ਕਿ ਜਦੋਂ ਰੱਬ ਨਾਲੋਂ ਛੁੱਟ ਗਈ, ਰੱਬ ਨਾਲੋਂ ਵਿਛੋੜਾ ਹੋ ਗਿਆ ਸੁਰਤ ਦਾ, ਜਦੋਂ ਸਾਡਾ ਆਤਮਿਕ ਤੌਰ ਤੇ ਰੱਬ ਦੇ ਨਾਲੋਂ ਵਿਛੋੜਾ ਹੋ ਜਾਏ। ਤੂੰ ਸੁੰਨੀ ਦਾ ਮਤਲਬ ਸੁੰਨੀ ਸੁੰਝ ਵਰਤ ਜਾਏਗੀ। ਕੰਤ ਨਾ ਜਾਣਹੀ ਦਾ ਮਤਲਬ ਤੂੰ ਪ੍ਰਭੂ ਨੂੰ ਨਹੀਂ ਪਾਉਂਦੀ, ਪ੍ਰਭੂ ਦੇ ਨਾਲ ਸਾਂਝ ਨਹੀਂ ਪਾ ਸਕੇਂਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਜਿੰਦੇ, ਜਦੋਂ ਤੇਰਾ ਪ੍ਰਭੂ ਨਾਲੋਂ ਵਿਛੋੜਾ ਹੋ ਗਿਆ ਤਾਂ ਤੂੰ ਖਾਕ ਹੋ ਜਾਏਂਗੀ। ਤੂੰ ਖਾਕ ਹੋ ਜਾਏਂਗੀ ਇਹਦਾ ਮਤਲਬ ਇਹ ਨਹੀਂ ਕਿ ਸਰੀਰ ਖਾਕ ਹੋ ਜਾਏ। ਖਾਕ ਕਿਹਨੂੰ ਕਹਿੰਦੇ ਨੇ? ਫਲਾਂ ਬੰਦਾ ਉਹ ਛੱਡ ਪਰਾਂ ਯਾਰ, ਇਹ ਸਵਾਹ ਹੈ, ਆਹ ਕੰਮ ਕਰਨਾ, ਉਹ ਛੱਡ ਪਰਾਂ, ਘੱਟਾ ਮਿੱਟੀ ਸਵਾਹ, ਮਤਲਬ ਨਿਰਰਥਕ, ਬੇਕਾਰ। ਕਿ ਜੇ ਤੂੰ ਰੱਬ ਦੇ ਨਾਲੋਂ ਵਿਛੋੜਾ ਪੈ ਗਿਆ ਤਾਂ ਤੂੰ ਇੱਕ ਸਵਾਹ ਦੀ ਢੇਰੀ ਹੋਏਗਾ, ਖਾਕ। ਜਿਵੇਂ ਕਹਿੰਦੇ ਨੇ ਕੌਡੀ ਬਦਲੇ ਜਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਗੁਣਾਂ ਨੂੰ ਕਹਿੰਦੇ ਨੇ ਹੀਰੇ, ਔਗੁਣਾਂ ਨੂੰ ਕਹਿੰਦੇ ਨੇ ਕੌਡੀਆਂ।
ਤਾਂ ਇੱਥੇ ਖਾਕ ਦਾ ਮਤਲਬ ਮਿੱਟੀ ਹੋ ਜਾਣਾ ਦਾ ਮਤਲਬ ਬੇਕਾਰ। ਜੇ ਤੇਰਾ ਪ੍ਰਭੂ ਨਾਲੋਂ ਸੰਬੰਧ ਟੁੱਟ ਗਿਆ, ਤੇਰੀ ਸੁਰਤ ਵਿੱਚ ਰੱਬੀ ਗੁਣ ਨਾ ਰਹੇ, ਤਾਂ ਤੂੰ ਖਾਕ ਹੋ ਜਾਏਂਗੀ ਜਿੰਦੇ। ਤੂੰ ਸੁੰਨੀ, ਤੂੰ ਅੰਦਰੋਂ ਸੁੰਨੀ ਹੋ ਜਾਏਂਗੀ, ਤੇਰੇ ਅੰਦਰ ਸੁੰਨ ਵਰਤ ਜਾਏਗੀ, ਤੇਰੇ ਅੰਦਰ ਕੋਈ ਗੁਣ ਨਹੀਂ ਰਹੇਗਾ। ਕੰਤ ਨਾ ਜਾਣ ਹੀ ਤੇ ਤੂੰ ਪ੍ਰਭੂ ਨੂੰ ਕਦੇ ਵੀ ਨਹੀਂ ਪਾ ਸਕੇਂਗੀ। ਤੂੰ ਕੰਤ ਨੂੰ ਨਹੀਂ ਜਾਣਦੀ, ਤੂੰ ਰੱਬ ਦੇ ਨਾਲ ਸਾਂਝ ਨਹੀਂ ਪਾਉਂਦੀ ਕਿ ਹੇ ਮੇਰੀ ਜਿੰਦੇ, ਤੇਰੇ ਅੰਦਰ ਸੁੰਨ ਵਰਤੀ ਹੋਈ ਹੈ, ਤੇਰੇ ਅੰਦਰ ਕੋਈ ਗੁਣ ਨਹੀਂ ਹਨ, ਤੂੰ ਪ੍ਰਭੂ ਦੇ ਨਾਲ ਸਾਂਝ ਨਹੀਂ ਪਾਉਂਦੀ ਪਈ। ਤੇ ਯਾਦ ਰੱਖ, ਜਦੋਂ ਵੀ ਕੋਈ ਜੀਵ ਪ੍ਰਭੂ ਨਾਲੋਂ ਵਿਛੋੜਾ ਬਣਾ ਲੈਂਦਾ ਹੈ ਤਾਂ ਉਹ ਖਾਕ ਹੋ ਜਾਂਦਾ ਹੈ। ਦੁਰਜਨ ਸੇਤੀ ਨਹਿ, ਤੂੰ ਕਹਿ ਗੁਣ ਹਰ ਗੁਣ ਮਾਨਹੀ, ਹਰ ਰੰਗ ਮਾਨਹੀ। ਦੁਰਜਨ ਸੇਤੀ ਨਹਿ, ਤੂੰ ਕਹਿ ਗੁਣ ਹਰ ਰੰਗ ਮਾਨਹੀ। ਦੁਰਜਨ ਸੇਤੀ ਦਾ ਮਤਲਬ ਭੈੜਿਆਂ ਦੇ ਨਾਲ। ਦੁਰਜਨ ਦਾ ਮਤਲਬ ਜੋ ਭੈੜੇ ਬੰਦੇ ਨੇ, ਭੈੜੇ ਵਿਕਾਰ ਨੇ, ਕਾਮ ਕ੍ਰੋਧ ਆਦਿਕ। ਨਹਿ ਦਾ ਮਤਲਬ ਪਿਆਰ। ਕਹਿ ਗੁਣ ਦਾ ਮਤਲਬ ਕਿਸ ਗੁਣ ਦੀ ਰਾਹੀਂ, ਕਿਸ ਤਰੀਕੇ ਦੇ ਨਾਲ। ਹਰ ਰੰਗ ਮਾਨਹੀ ਦਾ ਮਤਲਬ ਪ੍ਰਭੂ ਦਾ ਪਿਆਰ ਮਾਨ ਸਕਦੀ ਹੈ ਕਿ ਹੇ ਜਿੰਦੇ, ਤੇਰਾ ਪਿਆਰ ਦੁਰਜਨਾਂ ਦੇ ਨਾਲ ਹੈ, ਵਿਕਾਰਾਂ ਦੇ ਨਾਲ, ਕਾਮ ਕ੍ਰੋਧ ਲੋਭ ਮੋਹ ਦੇ ਨਾਲ ਤੇਰਾ ਪਿਆਰ ਹੈ। ਤਾਂ ਫਿਰ ਕਿਸ ਗੁਣ ਦੇ ਨਾਲ ਤੂੰ ਪ੍ਰਭੂ ਦਾ ਪਿਆਰ ਮਾਣੇਗੀ? ਕੋਈ ਗੁਣ ਤੇ ਹੈ ਨਹੀਂ। ਕੀ ਸਾਧਨ ਹੈ ਜਿਹੜੇ ਸਾਧਨ ਦੇ ਨਾਲ ਤੂੰ ਰੱਬ ਦਾ ਪਿਆਰ ਮਾਣੇਗੀ? ਰੱਬ ਦਾ ਪਿਆਰ ਤੇ ਗੁਣਾਂ ਨਾਲ ਮਿਲਣਾ ਹੈ, ਤੇ ਤੇਰਾ ਪਿਆਰ ਔਗੁਣਾਂ ਦੇ ਨਾਲ ਹੈ। ਤੇਰੇ ਵਿੱਚ ਕਿਹੜਾ ਗੁਣ ਹੈ ਜਿਹੜੇ ਗੁਣ ਕਰਕੇ ਪ੍ਰਭੂ ਮਿਲਾਪ ਦਾ ਤੂੰ ਆਨੰਦ ਮਾਣੇਗੀ? ਤਾਂ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਜੋ ਇਨਸਾਨ ਅਵਗੁਣ ਕਮਾਉਂਦੇ ਨੇ, ਪ੍ਰਭੂ ਦੇ ਗੁਣਾਂ ਦੇ ਨਾਲੋਂ ਆਪਣਾ ਸੰਬੰਧ ਤੋੜ ਲੈਂਦੇ ਨੇ, ਉਹਨਾਂ ਦਾ ਜੀਵਨ ਇੱਕ ਸਵਾਦ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ। ਉਹਨਾਂ ਦੇ ਅੰਦਰ ਸੁੰਝ ਵਰਤ ਜਾਂਦੀ ਹੈ ਸ਼ੁਭ ਗੁਣਾਂ ਵੱਲੋਂ। ਉਹਨਾਂ ਦਾ ਪਿਆਰ ਜਿਨ੍ਹਾਂ ਦਾ ਔਗੁਣਾਂ ਦੇ ਨਾਲ ਹੁੰਦਾ ਹੈ, ਉਹ ਕਦੇ ਵੀ ਪ੍ਰਭੂ ਦਾ ਆਨੰਦ ਨਹੀਂ ਮਾਣ ਸਕਦੇ, ਪ੍ਰਭੂ ਦੇ ਗੁਣਾਂ ਦਾ, ਪਿਆਰ ਦਾ ਆਨੰਦ ਨਹੀਂ ਮਾਣ ਪਾਉਂਦੇ। ਮਹਿਲਾ ਪੰਜਵਾਂ ਹੁਣ ਸਮਝਾ ਰਹੇ ਨੇ, ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੇ ਸਰੈ ਨਾ ਬਿੰਦ। ਜੀਵਨਾ ਦਾ ਮਤਲਬ ਜਿਉ ਨਹੀਂ ਸਕਦਾ, ਸੁੱਖ ਦਾ ਸਾਹ ਨਹੀਂ ਆਉਂਦਾ, ਆਤਮਿਕ ਜੀਵਨ ਨਹੀਂ ਮਿਲਦਾ। ਸਰੈ ਦਾ ਮਤਲਬ ਨਿਭਦੀ ਨਹੀਂ, ਨਿਰਵਾਹ ਨਹੀਂ ਹੁੰਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਨਾਨਕ, ਆਖ ਕਿ ਜਿਸ ਪ੍ਰਭੂ ਦੀ ਯਾਦ ਤੋਂ ਬਿਨਾ ਇੱਕ ਘੜੀ ਵੀ ਸੁੱਖ ਦਾ ਸਾਹ ਨਹੀਂ ਆਉਂਦਾ, ਆਤਮਿਕ ਜੀਵਨ ਨਹੀਂ ਮਿਲਦਾ। ਜੇ ਰੱਬ ਦੇ ਗੁਣਾਂ ਨੂੰ ਵਿਸਾਰ ਦਿੱਤਾ ਜਾਏ ਤਾਂ ਬੰਦੇ ਦੀ ਜ਼ਿੰਦਗੀ ਦੇ ਅੰਦਰ ਫਿਰ ਆਤਮਿਕ ਮੌਤ ਹੋ ਜਾਂਦੀ ਹੈ। ਬੰਦਾ ਮਾਨਸਿਕ ਤੌਰ ਤੇ ਵਿਕਾਰਾਂ ਦੇ ਕਾਰਨ ਦੁਖੀ ਔਰ ਅਸ਼ਾਂਤ ਰਹਿੰਦਾ ਹੈ। ਕਦੇ ਉਹਦੇ ਜੀਵਨ ਦੇ ਅੰਦਰ ਸੁੱਖ ਦਾ ਸਾਹ ਨਹੀਂ ਆਉਂਦਾ। ਤਾਂ ਜਿਸ ਪ੍ਰਭੂ ਦੀ ਯਾਦ ਤੋਂ ਬਿਨਾ ਇੱਕ ਘੜੀ ਸੁੱਖ ਦਾ ਸਾਹ ਨਹੀਂ ਆਉਂਦਾ, ਜਿਹਦੀ ਯਾਦ ਤੋਂ ਬਿਨਾ ਆਤਮਿਕ ਜੀਵਨ ਨਹੀਂ ਮਿਲਦਾ, ਜਿਹਨੂੰ ਵਿਸਾਰਿਆਂ ਇੱਕ ਬਿੰਦ ਵਾਸਤੇ, ਪਲ ਵਾਸਤੇ ਵੀ ਜੀਵਨ ਦਾ ਨਿਰਵਾਹ ਨਹੀਂ ਹੁੰਦਾ, ਆਤਮਿਕ ਜੀਵਨ ਦੇ ਨਾਲ ਸਾਂਝ ਨਹੀਂ ਬਣਦੀ। ਤਿਸ ਸਿਉ ਕਿਉ ਮਨ ਰੂਸੀਐ, ਜਿਸੈ ਹਮਾਰੀ ਚਿੰਤ ਦਾ ਮਤਲਬ ਚਿੰਤਾ, ਕਿ ਜਿਸ ਪ੍ਰਭੂ ਨੂੰ ਹਰ ਵੇਲੇ ਸਾਡਾ ਫਿਕਰ ਹੈ, ਉਹਦੇ ਨਾਲ ਰੁੱਸੀਏ ਕਿਉਂ? ਉਹਦੇ ਨਾਲ ਰੁੱਸਣਾ ਨਹੀਂ ਚਾਹੀਦਾ। ਮਤਲਬ ਉਹਦੇ ਨਾਲ ਦੂਰੀ ਨਹੀਂ ਬਣਾਉਣੀ ਚਾਹੀਦੀ। ਰੁੱਸਣ ਦਾ ਮਤਲਬ ਦੂਰੀ। ਜਦੋਂ ਅਸੀਂ ਕਿਸੇ ਨਾਲ ਰੁੱਸ ਜਾਂਦੇ ਹਾਂ ਤੇ ਸਾਡੀ ਉਹਦੇ ਨਾਲ ਦੂਰੀ ਬਣ ਜਾਂਦੀ ਨਾ। ਤਾਂ ਇੱਥੇ ਰੁੱਸਣ ਦਾ ਮਤਲਬ ਦੂਰੀ, ਕਿ ਜਿਹਨੂੰ ਹਰ ਵਕਤ ਸਾਡਾ ਫਿਕਰ ਹੈ, ਜੋ ਸਾਰੇ ਸੰਸਾਰ ਦੇ ਸੰਚਾਲਨ ਕਰ ਰਿਹਾ ਹੈ, ਉਹਦੇ ਨਾਲ ਦੂਰੀ ਕਿਉਂ ਬਣਾਈ ਹੈ? ਹੁਣ ਦੇਖੋ, ਜੇ ਰੱਬ ਨਾਲੋਂ, ਸੱਚੇ ਗੁਣਾਂ ਨਾਲੋਂ, ਸ਼ੁਭ ਗੁਣਾਂ ਨਾਲੋਂ ਕੋਈ ਦੂਰੀ ਬਣਾ ਲੇਗਾ ਤਾਂ ਜੀਵਨ ਵਿੱਚ ਸਰਨਾ ਨਹੀਂ ਹੈ, ਪਰੇਸ਼ਾਨੀਆਂ ਪੈਦਾ ਹੋਣਗੀਆਂ। ਇਸ ਲਈ ਕਦੇ ਵੀ ਰੱਬੀ ਗੁਣਾਂ ਤੋਂ ਦੂਰੀ ਨਹੀਂ ਬਣਾਉਣੀ ਚਾਹੀਦੀ। ਮਹਿਲਾ ਪੰਜਵਾਂ ਰੱਤੇ ਰੰਗ ਪਾਰ ਬ੍ਰਹਮ ਕੈ, ਮਨ ਤਨ ਅਤ ਗੁਲਾਲ। ਅਤ ਗੁਲਾਲ ਦਾ ਮਤਲਬ ਗੂੜਾ ਲਾਲ ਰੰਗ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜਿਹੜੇ ਬੰਦੇ ਪਾਰ ਬ੍ਰਹਮ ਪ੍ਰਭੂ ਦੇ ਪਿਆਰ ਵਿੱਚ ਰੰਗੇ ਜਾਂਦੇ ਨੇ, ਉਹਨਾਂ ਦਾ ਤਨ, ਉਹਨਾਂ ਦਾ ਮਨ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ, ਗੂੜੇ ਲਾਲ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਭਾਵ ਉਹ ਮਨ ਔਰ ਤਨ ਕਰਕੇ ਰੱਬੀ ਪ੍ਰੇਮ ਦੇ ਅੰਦਰ ਜੀਂਦੇ ਨੇ। ਜਿਹੜੇ ਪਾਰ ਬ੍ਰਹਮ ਦੇ ਪ੍ਰੇਮ ਵਿੱਚ ਰੰਗੇ ਗਏ ਨੇ, ਉਹਨਾਂ ਦਾ ਮਨ ਔਰ ਤਨ ਵੀ ਉਸ ਪ੍ਰਭੂ ਦੇ ਪਿਆਰ ਵਿੱਚ, ਗੁਣਾਂ ਵਿੱਚ ਰੰਗਿਆ ਜਾਂਦਾ ਹੈ।
ਯਾਨੀ ਉਹ ਮਨ ਕਰਕੇ ਵੀ ਗੁਣਾਂ ਦੀ ਗੱਲ ਸੋਚਦੇ ਨੇ ਔਰ ਤਨ ਕਰਕੇ ਵੀ ਉਹ ਗੁਣਾਂ ਦੀ ਗੱਲ ਕਰਦੇ ਨੇ। ਉਹ ਹਮੇਸ਼ਾ ਰੰਗੇ ਹੁੰਦੇ ਨੇ ਉਸ ਰੰਗ ਦੇ ਅੰਦਰ, ਕਦੇ ਵੀ ਰੱਬੀ ਗੁਣਾਂ ਦੇ ਰੰਗ ਤੋਂ ਬਾਹਰ ਨਹੀਂ ਹੁੰਦੇ। ਇੱਕ ਪਲ ਪਰ ਵਾਸਤੇ ਵੀ ਗੂੜੇ ਲਾਲ ਰੰਗ ਦੇ ਅੰਦਰ ਰੰਗੇ ਹੋਏ ਨੇ। ਨਾਨਕ ਵਿਣ ਨਾਵੇਂ ਆਲੂਦਿਆ ਜਿੱਤੀ ਹੋਰ ਖਿਆਲ। ਜਿੱਤੀ ਹੋਰ ਖਿਆਲ ਦਾ ਮਤਲਬ ਜਿੰਨਾ ਵੀ ਹੋਰ ਖਿਆਲ ਹੈ। ਆਲੂਦਿਆ ਦਾ ਮਤਲਬ ਮਲੀਨ, ਮੈਲਾ। ਜਿੱਤੀ ਦਾ ਮਤਲਬ ਜਿੰਨਾ ਵੀ। ਪ੍ਰਭੂ ਦੇ ਪਿਆਰ ਨੂੰ ਘਟਾਉਣ ਵਾਲਾ ਜਿੰਨਾ ਵੀ ਹੋਰ ਧਿਆਨ ਹੈ, ਉਹ ਪ੍ਰਭੂ ਦੇ ਗੁਣਾਂ ਤੋਂ ਵਾਂਝਿਆ ਰੱਖਦਾ ਹੈ ਔਰ ਮਨ ਨੂੰ ਮੈਲਾ ਕਰਦਾ ਹੈ। ਰੱਬੀ ਪਿਆਰ ਨੂੰ ਘਟਾਉਣ ਵਾਲਾ ਜਿੰਨਾ ਵੀ ਕੋਈ ਹੋਰ ਖਿਆਲ ਹੈ, ਦੇਖੋ ਕੰਮ ਕਰਨਾ ਤਾਂ ਦੂਰ ਦੀ ਗੱਲ, ਖਿਆਲ, ਜੇ ਖਿਆਲ ਆਉਂਦਾ ਨਾ ਤੁਹਾਨੂੰ ਝੂਠ ਬੋਲਣ ਦਾ, ਤਾਂ ਉਹ ਖਿਆਲ ਵੀ ਰੱਬੀ ਪਿਆਰ ਨੂੰ ਘਟਾ ਰਿਹਾ ਹੈ। ਜੇ ਕਿਤੇ ਖਿਆਲ ਆ ਗਿਆ ਨਾ ਚੋਰੀ ਕਰਨ ਦਾ, ਤਾਂ ਉਹ ਮਨ ਨੂੰ ਮੈਲਾ ਕਰੇਗਾ। ਤੇ ਜਿਵੇਂ ਜਿਵੇਂ ਖਿਆਲ ਆਉਂਦੇ ਜਾਣਗੇ, ਅੰਦਰ ਸੰਸਕਾਰ ਬਣਦੇ ਜਾਣਗੇ ਤੇ ਬੰਦਾ ਉਸੇ ਤਰ੍ਹਾਂ ਦਾ ਹੁੰਦਾ ਚਲਾ ਜਾਏਗਾ। ਜਿਵੇਂ ਚਿੱਟਾ ਕੱਪੜਾ ਹੋਵੇ ਤੇ ਚਿੱਟੇ ਕੱਪੜੇ ਤੇ ਨਿੱਕੀ ਜਿਹੀ ਛਿੱਟ ਪੈ ਜਾਏ, ਛੋਟੀ ਜੀ ਚਾਹ ਦੀ ਜਾਂ ਕਿਸੇ ਰੰਗ ਦੀ ਜਾਂ ਤੇਲ ਵਗੈਰਾ ਦੀ, ਤਾਂ ਨਿੱਕਾ ਜਿਹਾ ਦਾਗ ਲੱਗੇਗਾ ਤੇ ਬੰਦਾ ਕਹੇਗਾ ਚਲੋ ਕੋਈ ਨਾ, ਇਹਨੇ ਨਾਲ ਸਰ ਜਾਣਾ। ਤੇ ਜੇ ਫਿਰ ਨਿੱਕੀ ਜਿਹੀ ਛਿੱਟ ਪੈ ਜਾਏ ਤੇ ਫਿਰ ਕੀ ਹੋਏਗਾ? ਹੌਲੇ ਹੌਲੇ ਉਹ ਸਾਰਾ ਕੱਪੜਾ ਹੀ ਦਾਗੋ ਦਾਗ ਹੋ ਜਾਏ, ਉਹ ਪਾਣ ਦੇ ਲਾਇਕ ਦਾ ਨਹੀਂ ਰਹਿਣਾ। ਜਿਵੇਂ ਚਿੱਟੇ ਕੱਪੜੇ ਨੂੰ ਦਾਗ ਤੋਂ ਬਚਾ ਕੇ ਰੱਖਣਾ ਹੁੰਦਾ ਹੈ ਨਾ, ਨਿੱਕੀ ਤੋਂ ਨਿੱਕੀ ਛਿੱਟ ਤੋਂ ਹੀ, ਐਵੇਂ ਆਪਣੀ ਸੋਚ ਇੱਕ ਚਿੱਟੇ ਕੱਪੜੇ ਦੀ ਤਰ੍ਹਾਂ ਹੈ। ਨਿੱਕਾ ਜਿਹਾ ਵੀ ਖਿਆਲ ਰੱਬੀ ਗੁਣਾਂ ਤੋਂ ਜੋ ਦੂਰ ਲੈ ਜਾਣ ਵਾਲਾ ਹੈ, ਉਹ ਚਾਹੇ ਈਰਖਾ, ਦਵੇਸ਼, ਕਾਮ, ਕ੍ਰੋਧ ਦਾ ਕੋਈ ਵੀ ਹੈ, ਉਹ ਮੈਲਾ ਕਰੇਗਾ ਤੁਹਾਡੀ ਅੰਦਰ ਦੀ ਚਿੱਟੀ ਚਾਦਰ ਨੂੰ, ਅੰਦਰ ਦੇ ਅੰਤਸ਼ਕਰਨ ਨੂੰ, ਅੰਦਰਲੇ ਮਨ ਨੂੰ, ਸੁਰਤ ਨੂੰ, ਮਾਨਸਿਕਤਾ ਨੂੰ, ਸੋਚ ਨੂੰ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੇ ਗੁਣਾਂ ਨੂੰ ਘਟਾਉਣ ਵਾਲਾ, ਪ੍ਰਭੂ ਦੇ ਪਿਆਰ ਨੂੰ ਘਟਾਉਣ ਵਾਲਾ ਜਿੰਨਾ ਵੀ ਕੋਈ ਹੋਰ ਧਿਆਨ ਔਰ ਖਿਆਲ ਹੈ, ਉਹ ਖਿਆਲ ਪ੍ਰਭੂ ਦੇ ਗੁਣਾਂ ਤੋਂ ਵਾਂਝਿਆ ਰੱਖਦਾ ਹੈ ਔਰ ਉਹ ਖਿਆਲ ਮਨ ਨੂੰ ਮੈਲਾ ਕਰਦਾ ਹੈ। ਜਿੰਨਾ ਚਿਰ ਤੱਕ ਖਿਆਲ ਤੁਹਾਨੂੰ ਝੂਠ ਬੋਲਣ ਦਾ ਆ ਰਿਹਾ ਨਾ, ਉਹਨਾਂ ਚਿਰ ਸੱਚ ਦੇ ਖਿਆਲ ਤੋਂ ਵਾਂਝਾ ਰਹੇਗਾ ਮਨ। ਜਿੰਨਾ ਚਿਰ ਅੰਦਰ ਹੰਕਾਰ ਦਾ ਖਿਆਲ ਹੈ, ਨਿਮਰਤਾ ਤੋਂ ਵਾਂਝਾ ਰਹੇਗਾ ਔਰ ਹੌਲੇ ਹੌਲੇ ਮਨ ਮੈਲਾ ਹੋ ਜਾਏਗਾ। ਪੌੜੀ ਪਵੜੀ ਹਰ ਜੀਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ। ਕਾੜਾ ਦਾ ਮਤਲਬ ਧੋਖਾ, ਫਿਕਰ। ਕਿ ਹੇ ਹਰੀ, ਜਦੋਂ ਤੂੰ ਮੇਰਾ ਮਿੱਤਰ ਹੈ ਤਾਂ ਮੈਨੂੰ ਕੋਈ ਚਿੰਤਾ ਫਿਕਰ ਨਹੀਂ ਰਹਿ ਸਕਦਾ। ਮੇਰੇ ਅੰਦਰ ਕੋਈ ਚਿੰਤਾ ਫਿਕਰ ਨਹੀਂ ਜਦੋਂ ਤੂੰ ਮੇਰਾ ਮਿੱਤਰ ਹੈ। ਤੇ ਯਾਦ ਰੱਖਣਾ, ਜਿਹਦਾ ਮਿੱਤਰ ਰੱਬ ਹੋਏਗਾ ਨਾ, ਉਹਦੇ ਮਿੱਤਰ ਰੱਬ ਦੇ ਗੁਣ ਹੋਣਗੇ ਜੋ ਮੂਲ ਮੰਤਰ ਵਿੱਚ ਦੱਸੇ ਨੇ। ਜਿਹਦਾ ਮਿੱਤਰ ਰੱਬ ਹੈ ਨਾ, ਉਹ ਅੰਦਰੋਂ ਬਾਹਰੋਂ ਇੱਕ ਹੋਏਗਾ, ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕਰਨ ਦਾ ਖਿਆਲ, ਇਹ ਉਹਦਾ ਮਿੱਤਰ ਹੋਏਗਾ। ਸੱਚ ਉਹਦਾ ਮਿੱਤਰ ਹੋਏਗਾ। ਦਇਆ, ਨਿਮਰਤਾ, ਪਿਆਰ, ਮੁਹੱਬਤ, ਇਹ ਸਾਰੇ ਗੁਣ ਉਹਦੀ ਸੁਰਤ ਦੇ ਮਿੱਤਰ ਹੋਣਗੇ। ਤੇ ਜਿਸ ਦੀ ਸੋਚ ਦੀ ਮਿੱਤਰਤਾ ਐਸੇ ਗੁਣਾਂ ਦੇ ਨਾਲ ਹੈ ਕਿ ਉਹ ਸੋਚ ਦੇ ਅੰਦਰ ਕੋਈ ਚਿੰਤਾ ਫਿਕਰ ਹੋ ਸਕਦਾ ਹੈ, ਉਹ ਸੋਚ ਚਿੰਤਾ ਫਿਕਰ ਤੋਂ ਰਹਿਤ ਹੋ ਜਾਂਦੀ। ਤਾਂ ਮੈਨੂੰ ਕੋਈ ਚਿੰਤਾ ਫਿਕਰ ਨਹੀਂ ਹੈ ਜਦੋਂ ਕਿ ਤੂੰ ਮੇਰਾ ਮਿੱਤਰ ਹੈ। ਮੈਨੂੰ ਚਿੰਤਾ ਕਾਦੀ, ਮੈਨੂੰ ਫਿਕਰ ਕਾਦਾ। ਜਿੰਨੀ ਠੱਗੀ ਜਗ ਠੱਗਿਆ ਸੇ ਤੁਧ ਮਾਰ ਨਿਵਾੜਾ। ਇੱਥੇ ਜਿੰਨੀ ਠੱਗੀ ਲਿਖਿਆ ਨਾ, ਠੱਗੀ, ਇਹਨੂੰ ਬਿੰਦੀ ਲਾ ਕੇ ਪੜਨਾ ਹੈ ਠੱਗੀ। ਜੇ ਠੱਗੀ ਪੜਾਂਗੇ ਤਾਂ ਉਹਦਾ ਅਰਥ ਹੋ ਜਾਏਗਾ ਠੱਗੀ ਮਾਰਨ ਵਾਲੀ। ਠੱਗੀ ਦਾ ਮਤਲਬ ਠੱਗਾਂ ਨੇ, ਜਿਹੜੇ ਕਾਮ ਕ੍ਰੋਧ ਆਦਿਕ ਠੱਗ ਨੇ। ਜਗ ਠੱਗਿਆ, ਸਾਰੇ ਜਗਤ ਨੂੰ ਠੱਗਿਆ ਹੋਇਆ ਹੈ। ਸੇ ਤੁਧ ਮਾਰ ਨਿਵਾੜਾ। ਨਿਵਾੜਾ ਦਾ ਮਤਲਬ ਨਿਵਾਰ ਦਿੱਤਾ, ਦੂਰ ਕਰ ਦਿੱਤਾ, ਭਜਾ ਦਿੱਤੇ। ਕਿਉਂਕਿ ਜਿੰਨਾ ਕਾਮਾਦਿਕ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ, हे ਪ੍ਰਭੂ, ਕਿਉਂਕਿ ਤੂੰ ਮੇਰਾ ਮਿੱਤਰ ਹੈ, ਤੂੰ ਮੇਰੇ ਅੰਦਰੋਂ ਉਹਨਾਂ ਕਾਮਾਦਿਕ ਵਿਕਾਰਾਂ ਨੂੰ ਮਾਰ ਕੇ ਭਜਾ ਦਿੱਤਾ ਹੈ। ਕਿਉਂਕਿ ਮਿੱਤਰਤਾ ਸ਼ੁਭ ਗੁਣਾਂ ਦੇ ਨਾਲ ਹੈ, ਤੇ ਜਦੋਂ ਸ਼ੁਭ ਗੁਣਾਂ ਦੇ ਨਾਲ ਮਿੱਤਰਤਾ ਹੈ ਤਾਂ ਜਿਹੜੇ ਠੱਗ ਮੇਰੇ ਤੇ ਹਮਲਾ ਕਰਨਗੇ ਤਾਂ ਮੇਰੇ ਇਹ ਜਿਹੜੇ ਸ਼ੁਭ ਗੁਣ ਮਿੱਤਰ ਨੇ ਉਹਨਾਂ ਨੂੰ ਮਾਰ ਕੇ ਭਜਾ ਦੇਣਗੇ। ਤਾਂ हे ਪ੍ਰਭੂ,
ਜਦੋਂ ਤੂੰ ਮੇਰਾ ਮਿੱਤਰ ਹੈ ਤਾਂ ਮੈਨੂੰ ਚਿੰਤਾ ਫਿਕਰ ਕਾਦੀ ਆਤਮਿਕ ਜੀਵਨ ਬਰਬਾਦ ਹੋਣ ਦੀ। ਜਿਨ੍ਹਾਂ ਠੱਗਾਂ ਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ ਹੈ, ਹੇ ਮਾਲਕ ਤੂੰ ਮੇਰੇ ਅੰਦਰੋਂ ਉਹਨਾਂ ਨੂੰ ਮਾਰ ਕੇ ਭਜਾ ਦਿੱਤਾ। ਗੁਰ ਭੌਜਲ ਪਾਰ ਲੰਘਾਇਆ, ਜਿੱਤਾ ਪਾਵਾੜਾ। ਪਾਵਾੜਾ ਦਾ ਮਤਲਬ ਜੰਜਾਲ, ਗੁਰ ਦਾ ਮਤਲਬ ਗੁਰੂ ਦੀ ਰਾਹੀਂ, ਭੌਜਲ ਦਾ ਮਤਲਬ ਸੰਸਾਰ ਸਮੁੰਦਰ, ਵਿਕਾਰਾਂ ਦੀਆਂ ਘੁੰਮਣ ਘੇਰੀਆਂ। ਗੁਰੂ ਦੀ ਰਾਹੀਂ ਤੂੰ ਮੈਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੱਤਾ ਹੈ ਤੇ ਮੈਂ ਮਾਇਆ ਦੇ ਜੰਜਾਲ ਜਿੱਤ ਲਏ ਨੇ। ਮੈਂ ਮਾਇਆ ਦੇ ਜੰਜਾਲਾਂ ਚੋਂ ਬਾਹਰ ਆ ਗਿਆ। ਮਾਇਆ ਦੇ ਜੰਜਾਲ ਕਿਹੜੇ? ਜੋ ਭੈੜੀ ਸੋਚ ਦੇ ਜੰਜਾਲ ਨੇ, ਜੋ ਮਾਇਆ ਵਾਲੀ ਸੋਚ ਕਰਕੇ ਮੇਰੀ ਸੁਰਤ ਨੂੰ ਜੰਜਾਲ ਪਏ ਹੋਏ ਨੇ, ਈਰਖਾ, ਦਵੇਸ਼, ਵੈਰ, ਵਿਰੋਧ ਦੇ। ਮੈਂ ਉਹ ਸਾਰੇ ਸੰਸਾਰ ਦੇ ਜਿਹੜੇ ਜਾਲ ਨੇ ਉਹ ਤੋੜ ਦਿੱਤੇ ਨੇ। ਸਾਰੇ ਇਸ ਪਵਾੜੇ ਨੂੰ ਮੈਂ ਜਿੱਤ ਲਿਆ ਹੈ। ਇਹਨਾਂ ਸਾਰੇ ਖਿਆਲਾਂ ਮਾੜਿਆਂ ਦੇ ਉੱਤੇ ਮੈਂ ਫਤਿਹ ਪਾ ਲਈ ਹੈ ਗੁਰੂ ਦੀ ਰਾਹੀਂ। ਗੁਰਮਤੀ ਸਭ ਰਸ ਭੋਗ ਦਾ ਵੱਡਾ ਆਖਾੜਾ। ਸਭ ਦਾ ਮਤਲਬ ਸਾਰੇ, ਵੱਡਾ ਅਖਾੜਾ ਦਾ ਮਤਲਬ ਐਸ ਜਿਹੜਾ ਵੱਡਾ ਅਖਾੜਾ ਹੈ, ਸੰਸਾਰ ਇੱਕ ਅਖਾੜਾ ਹੈ ਨਾ, ਬੜਾ ਵੱਡਾ ਅਖਾੜਾ ਹੈ। ਇਸ ਅਖਾੜੇ ਦੇ ਅੰਦਰ ਇੱਕ ਘੋਲ ਹੋ ਰਿਹਾ ਹੈ, ਸ਼ੁਭ ਗੁਣਾਂ ਦਾ, ਅਸ਼ੁਭ ਗੁਣਾਂ ਦਾ, ਚੰਗਿਆਈਆਂ ਬੁਰਾਈਆਂ ਦਾ। ਕੁਝ ਲੋਕਾਂ ਨੂੰ ਬੁਰਾਈਆਂ ਨੇ ਜਿੱਤ ਲਿਆ ਹੈ, ਆਪਣੇ ਅਧੀਨ ਕਰ ਲਿਆ ਹੈ, ਤੇ ਕੁਝ ਲੋਕ ਉਹ ਨੇ ਜਿਨ੍ਹਾਂ ਨੇ ਬੁਰਾਈਆਂ ਨੂੰ ਜਿੱਤ ਲਿਆ ਹੈ, ਭਾਵ ਬੁਰਾਈਆਂ ਨੂੰ ਹਾਰ ਦੇ ਦਿੱਤੀ ਹੈ, ਆਪਣੇ ਪੈਰਾਂ ਤਲੇ ਲਾ ਲਿਆ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਸਾਰੇ ਰੰਗ ਆਨੰਦ ਮਾਣਦਾ ਹਾਂ ਤੇ ਮੈਂ ਇਸ ਅਖਾੜੇ ਨੂੰ ਜਿੱਤ ਲਿਆ ਹੈ। ਵਾਤ ਵੱਜਣ ਤਮਕ ਢੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਖੰਡ ਜੀਓ। ਜਿਹੜੇ ਕਾਮਾਦਿਕ ਵਿਕਾਰ ਪਹਿਲਵਾਨ ਫੇਰੀਆਂ ਲੈ ਰਹੇ ਨੇ, ਜਿਨ੍ਹਾਂ ਨੇ ਆਮ ਲੋਕਾਂ ਨੂੰ ਪਰਾਸਤ ਕੀਤਾ ਹੈ, ਮੈਂ ਗੁਰੂ ਦੀ ਰਹਿਮਤ ਦੇ ਨਾਲ ਇਹਨਾਂ ਨੂੰ ਨੇਣ ਕੇ ਬੰਨ ਕੇ ਆਪਣੇ ਅਧੀਨ ਕਰ ਲਿਆ ਹੈ। ਤਾਂ ਜੋ ਇਨਸਾਨ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਉਹ ਇਹਨਾਂ ਕਾਮ ਕ੍ਰੋਧ ਆਦਿਕ ਨੂੰ ਜਿੱਤ ਸਕਦਾ ਹੈ। ਲੇਕਿਨ ਜ਼ਰੂਰਤ ਹੈ ਚੱਲਣ ਦੀ, ਹਿਆ ਕਰਨ ਦੀ ਲੋੜ ਹੈ। ਇਹਨਾਂ ਚੀਜ਼ਾਂ ਨੂੰ ਦਿਲੋਂ ਅਪਣਾਉਣ ਦੀ ਲੋੜ ਹੈ। ਸਭ ਇੰਦਰੀਆਂ ਵਸ ਕਰ ਦਿੱਤੀਓ, ਸਤਵੰਤਾ ਸਾੜਾ। ਸਤਵੰਤਾ ਦਾ ਮਤਲਬ ਉੱਚੇ ਆਚਰਨ ਵਾਲਾ, ਤੇ ਸਾੜਾ ਦਾ ਮਤਲਬ ਇੱਥੇ ਸੜਨਾ ਨਹੀਂ ਹੈ, ਇੱਥੇ ਸਾੜਾ ਦਾ ਮਤਲਬ ਸਾਡਾ। ਸਾੜਾ ਦਾ ਮਤਲਬ ਸਾਡਾ। ਤੂੰ ਮੇਰਾ ਸਤਵੰਤਾ ਸਾਈਂ ਹੈ, ਸੱਤ ਵਾਲਾ ਹੈ, ਉੱਤਾ ਹੈ, ਮੇਰੇ ਸਿਰ ਤੇ ਤੂੰ ਹੈ, ਮੇਰਾ ਰਾਖਾ ਤੂੰ ਹੈ, ਮੈਂ ਤੇਰੀ ਸ਼ਰਨ ਵਿੱਚ ਹਾਂ। ਤੂੰ ਮੇਰੀਆਂ ਸਾਰੀਆਂ ਇੰਦਰੀਆਂ ਮੇਰੇ ਕਾਬੂ ਵਿੱਚ ਕਰ ਦਿੱਤੀਆਂ ਨੇ। ਹੇ ਮਾਲਕ, ਤੂੰ ਮੇਰੇ ਸਿਰ ਤੇ ਹੈ, ਮੇਰੀਆਂ ਸਾਰੀਆਂ ਗਿਆਨ ਇੰਦਰੀਆਂ ਮੇਰੇ ਕਾਬੂ ਵਿੱਚ ਕਰ ਦਿੱਤੀਆਂ ਨੇ। ਹੁਣ ਮੇਰੀਆਂ ਅੱਖਾਂ ਬੇਕਾਬੂ ਨਹੀਂ ਹਨ, ਹੁਣ ਮੇਰੇ ਕੰਨ ਬੇਕਾਬੂ ਨਹੀਂ ਕਿ ਜੋ ਮਰਜ਼ੀ ਸੁਣੀ ਜਾਣ, ਜੋ ਆਣ ਕੇ ਮਰਜ਼ੀ ਮੈਨੂੰ ਕੋਈ ਸੁਣਾ ਕੇ ਚਲਾ ਜਾਏ, ਝੂਠ ਫਰੇਬ ਨਾ, ਸੱਚ ਸੁਣਦੇ ਨੇ, ਮੇਰੇ ਕਾਬੂ ਵਿੱਚ ਨੇ। ਹੁਣ ਮੇਰੀਆਂ ਅੱਖਾਂ ਵਿਕਾਰੀ ਦ੍ਰਿਸ਼ਟੀ ਨਾਲ ਨਹੀਂ ਵੇਖਦੀਆਂ, ਮੇਰੇ ਕਾਬੂ ਵਿੱਚ ਨੇ, ਮੈਂ ਰੱਬ ਦੀ ਜੋਤ ਵੇਖਦੀਆਂ ਨੇ। ਜ਼ਬਾਨ ਮੇਰੀ ਮੇਰੇ ਕਾਬੂ ਵਿੱਚ ਹੈ, ਸੱਚ ਬੋਲਦੀ ਹੈ, ਪਿਆਰ ਨਾਲ ਬੋਲਦੀ ਹੈ, ਜ਼ਬਾਨ ਆਪ ਮੁਹਾਰੀ ਨਹੀਂ ਹੈ। ਤਾਂ ਜੋ ਰੱਬ ਦੀ ਰਹਿਮਤ ਦਾ ਪਾਤਰ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹਦੇ ਇਹ ਸਾਰੇ ਗਿਆਨ ਇੰਦਰੇ ਉਹਦੇ ਕਾਬੂ ਵਿੱਚ ਹੋ ਜਾਂਦੇ ਨੇ। ਜਿਤ ਲਾਈਆਂ ਤਿਤੈ ਲੱਗਦੀਆਂ, ਨਹਿ ਖਿੰਜੋ ਤਾੜਾ। ਖਿੰਜੋ ਤਾੜਾ ਦਾ ਮਤਲਬ ਖਿੱਚੋ ਤਾਣ, ਕਿ ਕੋਈ ਇੱਧਰ ਨੂੰ ਖਿੱਚ ਰਿਹਾ ਹੈ, ਕੋਈ ਇੱਧਰ ਨੂੰ ਖਿੱਚ ਰਿਹਾ ਹੈ। ਗੁਰੂ ਜੀ ਕਹਿੰਦੇ ਨੇ, ਹੁਣ ਗੁਰੂ ਦੀ ਰਹਿਮਤ ਨਾਲ ਜਿੱਧਰ ਮੈਂ ਆਪਣੀਆਂ ਗਿਆਨ ਇੰਦਰੀਆਂ ਨੂੰ ਲਗਾਉਂਦਾ ਹਾਂ, ਇਹ ਉਧਰ ਹੀ ਲੱਗਦੀਆਂ ਨੇ, ਕੋਈ ਖਿੱਚੋ ਤਾਣ ਨਹੀਂ ਕਰਦੀਆਂ। ਹੁਣ ਇਹਨਾਂ ਵਿੱਚ ਖਿੱਚੋ ਤਾਣ ਨਹੀਂ ਹੈ, ਜਿੱਧਰ ਮੈਂ ਲਾਂਦਾ ਉਧਰ ਲੱਗਦੀਆਂ ਨੇ। ਸਾਰਿਆਂ ਵਿੱਚ ਰੱਬ ਦੀ ਜੋਤ ਨੂੰ ਅੱਖਾਂ ਵੇਖਦੀਆਂ ਨੇ। ਕੰਨਾਂ ਨੂੰ ਹੁਣ ਮੈਂ ਸੱਚ ਸੁਣਨ ਵਿੱਚ ਲਾਇਆ ਹੈ, ਸੱਚ ਸੁਣਦੇ ਨੇ। ਜ਼ਬਾਨ ਮਿੱਠੇ ਪਿਆਰੇ ਨਿਮਰਤਾ ਵਾਲੇ ਬੋਲ ਬੋਲਦੀ ਹੈ। ਪੈਰ ਮੈਨੂੰ ਸਿੱਧੇ ਪਾਸੇ ਲੈ ਜਾਂਦੇ ਨੇ, ਹੱਥ ਮੇਰੇ ਕਿਰਤੀ ਕਰਦੇ ਨੇ, ਧਰਮ ਦੀ ਕਿਰਤ, ਸੱਚ ਦੀ ਕਿਰਤ। ਇਹ ਗਿਆਨ ਇੰਦਰੀਆਂ ਜਿੱਧਰ ਮੈਂ ਲਾਣਾ ਉਧਰ ਲੱਗਦੀਆਂ ਨੇ। ਜੋ ਇੱਛੀ ਬਿੰਦੀ ਲਾ ਕੇ ਜੋ ਮੈਂ ਇੱਛਾ ਕਰਦਾ ਹਾਂ, ਸੋ ਫਲ ਪਾਏਂਦਾ। ਗੁਰ ਅੰਦਰ ਵਾੜਾ। ਅੰਦਰ ਵਾੜਾ ਦਾ ਮਤਲਬ ਅੰਦਰਲੇ ਪਾਸੇ ਮੈਨੂੰ ਪਰਤਾ ਦਿੱਤਾ ਹੈ, ਵਾੜ ਦਿੱਤਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਨੇ ਮੇਰੇ ਮਨ ਨੂੰ ਅੰਦਰ ਵੱਲ ਪਰਤਾ ਦਿੱਤਾ ਹੈ। ਮੇਰਾ ਮਨ ਬਾਹਰ ਮੁਖੀ ਸੀ ਨਾ, ਵਿਕਾਰਾਂ ਵੱਲ ਦੌੜਦਾ ਸੀ। ਹੁਣ ਗੁਰੂ ਨੇ ਰਹਿਮਤ ਕੀਤੀ ਹੈ, ਮੇਰਾ ਮਨ ਅੰਦਰ ਵੱਲ ਆ ਗਿਆ, ਆਪਣੇ ਆਪੇ ਦੀ ਪਹਿਚਾਨ ਕਰ ਰਿਹਾ ਹੈ।
ਹੁਣ ਮੈਂ ਜੋ ਵੀ ਇੱਛਾ ਕਰਦਾ ਹਾਂ ਉਹੀ ਫਲ ਪ੍ਰਾਪਤ ਕਰ ਲੈਂਦਾ ਹਾਂ, ਤੇ ਰੱਬ ਦੇ ਪਿਆਰਿਆਂ ਦੀ ਇੱਛਾ ਸਿਰਫ ਰੱਬੀ ਰਜ਼ਾ ਵਿੱਚ ਤੁਰਨ ਦੀ ਹੁੰਦੀ ਹੈ। ਗੁਰੂ ਨਾਨਕ ਤੁਠਾ ਪਾਏ ਰਹੋ, ਹਰ ਵਸਤਾ ਨੇੜਾ। ਭਾਇਰੋ ਦਾ ਮਤਲਬ ਹੈ ਭਰਾਵੋ। हे ਭਰਾਵੋ, ਮੇਰੇ ਉੱਤੇ ਗੁਰੂ ਨਾਨਕ ਪ੍ਰਸੰਨ ਹੋ ਗਿਆ ਹੈ, ਤੇ ਗੁਰੂ ਨਾਨਕ ਦੀ ਰਹਿਮਤ ਸਦਕਾ, ਗੁਰੂ ਨਾਨਕ ਦੇ ਦੱਸੇ ਰਾਹ ਤੇ ਤੁਰਨ ਦੇ ਸਦਕਾ ਮੈਨੂੰ ਪ੍ਰਭੂ ਨੇੜੇ ਵਸਦਾ ਹੋਇਆ ਦਿਸਦਾ ਹੈ। ਹਰ ਵਸਤਾ ਨੇੜਾ, ਕਿ ਉਹ ਮੇਰੇ ਨੇੜੇ ਵਸ ਰਿਹਾ ਹੈ, ਮੈਨੂੰ ਨੇੜੇ ਵਸਦਾ ਹੋਇਆ ਦਿਸਦਾ ਹੈ। ਹਰ ਪਲ ਉਹਨੂੰ ਮੈਂ ਨਜ਼ਦੀਕ ਵੇਖ ਰਿਹਾ ਹਾਂ। ਦੱਖਣੇ ਮਹਿਲਾ ਪੰਜਵਾਂ। ਜਾਂ ਮੂੰਹ ਆਵੇਂ ਚਿੱਤ ਤੂੰ ਅੱਭੇ ਸੁਖ ਲਹਾਉ। ਇਹਨੂੰ ਲਹਾਓ ਨਹੀਂ ਪੜਨਾ, ਲਹਾਉ, ਕਿਉਂਕਿ ਗੱਲ ਮੇਰੀ ਹੋ ਰਹੀ ਹੈ, ਫਸਟ ਪਰਸਨ ਦੀ। ਕਿ हे ਪ੍ਰਭੂ, ਜਦੋਂ ਤੂੰ ਮੇਰੇ ਹਿਰਦੇ ਵਿੱਚ ਆਉਂਦਾ ਹੈ, ਹਿਰਦੇ ਵਿੱਚ ਆਉਂਦਾ ਮਤਲਬ ਵਸਦਾ ਹੈ, ਜਦੋਂ ਤੂੰ ਮੇਰੀ ਸੋਚ ਵਿੱਚ ਵਸਦਾ ਹੈ, ਤਾਂ ਹੱਬੇ ਸੁਖ ਲਹਾਉ, ਤਾਂ ਮੈਨੂੰ ਸਾਰੇ ਸੁਖ ਮਿਲ ਜਾਂਦੇ ਨੇ। ਜਦੋਂ ਤੂੰ ਮੇਰੀ ਸੋਚ ਵਿੱਚ ਵਸ ਰਿਹਾ, ਉਦੋਂ ਮੈਨੂੰ ਸਾਰੇ ਸੁਖ ਮਿਲ ਸਕਦੇ ਨੇ, ਮਿਲ ਜਾਂਦੇ ਨੇ, ਕਿਉਂਕਿ ਸੁਖ ਔਰ ਦੁੱਖ ਸੋਚਦੇ ਨੇ। ਜੇ ਮੈਂਟੈਲਿਟੀ ਵਿੱਚ ਈਰਖਾ, ਦਵੇਸ਼, ਵੈਰ, ਵਿਰੋਧ ਹੈ, ਤਾਂ ਅੰਦਰ ਦੁੱਖ ਹੋਏਗਾ। ਜਿਹਦੇ ਸੋਚ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਨਿਮਰਤਾ ਹੈ, ਤਾਂ ਅੰਦਰ ਸ਼ਾਂਤੀ ਹੋਏਗੀ। ਇਸ ਲਈ ਗੁਰੂ ਜੀ ਕਹਿੰਦੇ ਨੇ, हे ਪ੍ਰਭੂ, ਜਦੋਂ ਤੂੰ ਮੇਰੇ ਚਿੱਤ ਵਿੱਚ, ਮੇਰੀ ਸੋਚ ਦੇ ਅੰਦਰ ਵਸਦਾ ਹੁੰਦਾ ਹੈ, ਉਦੋਂ ਮੈਂ ਸਾਰੇ ਸੁਖ ਪਾ ਲੈਣਾ। ਨਾਨਕ ਮਨ ਹੀ ਮੰਝ ਰੰਗਾਵਲਾ, ਪਿਰੀ ਤਹਿੰਜਾ ਨਾਉ। ਤਹਿੰਜਾ ਦਾ ਮਤਲਬ ਤੇਰਾ, ਰੰਗਾਵਲਾ ਦਾ ਮਤਲਬ ਰੰਗ ਪੈਦਾ ਕਰਨ ਵਾਲਾ, ਸੋਹਣਾ, ਪਿਆਰਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਨੂੰ ਤੇਰਾ ਨਾਮ ਮੈਨੂੰ ਆਪਣੇ ਮਨ ਵਿੱਚ ਮਿੱਠਾ ਪਿਆਰਾ ਲੱਗਦਾ ਹੈ। ਯਾਨੀ ਤੇਰਾ ਜੋ ਗੁਣ ਨੇ, ਤੇਰੀ ਜੋ ਰਜ਼ਾ ਹੈ, ਭਾਣਾ ਹੈ, ਉਹ ਮੇਰੇ ਮਨ ਵਿੱਚ ਮਿੱਠਾ ਪਿਆਰਾ ਲੱਗਦਾ ਹੈ, ਤੇ ਮੈਨੂੰ ਸਾਰੇ ਸੁੱਖ ਦਿੰਦਾ ਹੈ। ਨਾਨਕ ਮਨ ਹੀ ਮੰਝ ਰੰਗਾਵਲਾ, ਯਾਨੀ ਮੇਰੇ ਮਨ ਦੇ ਅੰਦਰ ਤੇਰਾ ਨਾਮ, ਤੇਰਾ ਹੁਕਮ, ਤੇਰੀ ਸਿਫਤ ਸਲਾਹ ਪਿਆਰੀ ਲੱਗਦੀ ਹੈ। ਤੇਰੀ ਤਹਿੰਜਾ ਨਾਮ ਦਾ ਮਤਲਬ ਤੇਰੀ ਸਿਫਤ ਸਲਾਹ। हे ਮਾਲਕ, ਤੇਰੀ ਸਿਫਤ ਸਲਾਹ, ਤੇਰਾ ਰਜ਼ਾ, ਤੇਰਾ ਭਾਣਾ ਮੇਰੇ ਮਨ ਦੇ ਅੰਦਰ ਪਿਆਰਾ ਲੱਗਦਾ ਹੈ। ਮਹਿਲਾ ਪੰਜਵਾਂ। ਕੱਪੜ ਭੋਗ ਵਿਕਾਰ, ਇਹ ਹੱਬੇ ਹੀ ਛਾਰ, ਖਾਕ ਲੁੜੇਂਦਾ ਤਨ ਖੇ, ਜੋ ਰਤੇ ਦੀਦਾਰ। ਹੁਣ ਜੇ ਪ੍ਰਭੂ ਦੀ ਯਾਦ ਨਾ ਆਵੇ, ਕੱਪੜ ਭੋਗ ਦਾ ਮਤਲਬ ਨਿਰੇ ਭੋਗ ਔਰ ਕੱਪੜੇ, ਨਿਰੇ ਖਾਣ ਹੰਡਾਨ। ਛਾਰ ਦਾ ਮਤਲਬ ਸੁਆ, ਕਿ ਜੇ ਕੋਈ ਤਨ ਤੇ ਕੱਲੇ ਕੱਪੜੇ ਹੀ ਪਾਈ ਜਾਏ, ਭੇਖ ਹੀ ਬਣਾਈ ਜਾਏ, ਔਰ ਸੰਸਾਰ ਦੇ ਭੋਗ ਪਦਾਰਥ ਹੀ ਛਕੀ ਜਾਏ, ਲੇਕਿਨ ਰੱਬੀ ਗੁਣਾਂ ਦੇ ਨਾਲ ਨਾ ਜੁੜੇ, ਅੰਦਰ ਇਨਸਾਨੀਅਤ ਨਾ ਹੋਵੇ, ਰੱਬੀ ਯਾਦ ਵਿੱਚ, ਰਜ਼ਾ ਵਿੱਚ ਬੰਦਾ ਨਾ ਜੀਵੇ, ਤਾਂ ਗੁਰੂ ਜੀ ਕਹਿੰਦੇ ਨੇ ਸਾਰੇ ਨਿਕੰਮੇ ਨੇ। ਰੱਬੀ ਰਜ਼ਾ ਵਿੱਚ ਤੁਰਨ ਤੋਂ ਬਿਨਾ ਖਾਣ ਹੰਡਾਨ ਦੇ ਪਦਾਰਥਾਂ ਦੇ ਵਿਕਾਰ ਪੈਦਾ ਕਰਦੇ ਨੇ। ਜਿੰਨੇ ਵੀ ਇਹ ਖਾਣ ਹੰਡਾਨ ਦੇ ਜਿਹੜੇ ਪਦਾਰਥ ਨੇ, ਜਾਂ ਰੱਬੀ ਸੋਚ ਤੋਂ ਬਿਨਾ ਜਿੰਨੇ ਵੀ ਵਿਕਾਰ ਨੇ, ਉਹ ਸਾਰੇ ਦੇ ਸਾਰੇ ਵਿਅਰਥ ਨੇ। ਚਾਹੇ ਉਹ ਕੱਪੜੇ ਨੇ ਜਾਂ ਭੋਗ ਨੇ, ਜੇ ਅੰਦਰ ਰੱਬੀ ਰਜ਼ਾ ਨਹੀਂ ਹੈ, ਤਾਂ ਇਹ ਵਿਕਾਰ ਹੀ ਪੈਦਾ ਕਰਨਗੇ, ਕਿਉਂਕਿ ਅੰਦਰ ਸੋਚ ਨਹੀਂ ਨਾ ਚੰਗੀ। ਤੇ ਜੇ ਅੰਦਰਲੀ ਸੋਚ ਚੰਗੀ ਨਹੀਂ, ਕੱਪੜੇ ਕੋਈ ਬੜੇ ਕੀਮਤੀ ਪਾ ਲੈ, ਬ੍ਰਾਂਡਡ ਕੱਪੜੇ ਪਾ ਲੈ ਦੁਨੀਆਦਾਰੀ ਵਾਲੇ, ਜਾਂ ਧਾਰਮਿਕ ਲੋਕ ਜਿਹੜੇ ਨੇ ਚੰਗੇ ਤੋਂ ਚੰਗੇ ਚੋਲੇ ਪਾ ਲੈਣ, ਚੰਗੇ ਤੋਂ ਚੰਗੇ ਪਦਾਰਥ ਖਾਣ, ਪਰ ਜੇ ਅੰਦਰ ਗੁਣ ਨਹੀਂ, ਜੇ ਮੈਂਟੈਲਿਟੀ ਵਿੱਚ ਸੱਚ ਨਹੀਂ, ਬੋਲਾਂ ਵਿੱਚ ਸੱਚ ਨਹੀਂ, ਬਿਹੇਵੀਅਰ ਚੰਗਾ ਨਹੀਂ, ਤਾਂ ਗੁਰੂ ਜੀ ਕਹਿੰਦੇ ਨੇ ਸਾਰੇ ਵਿਕਾਰ ਹੀ ਪੈਦਾ ਕਰਨਗੇ। ਕੱਪੜਿਆਂ ਦੇ ਨਾਲ ਤੇ ਖਾਣਿਆਂ ਦੇ ਨਾਲ ਗੁਣ ਪੈਦਾ ਨਹੀਂ ਹੋਣੇ। ਇਹ ਹੱਬੇ ਹੀ ਛਾਰ ਦਾ ਮਤਲਬ ਇਹ ਸਾਰੇ ਸਵਾਹ ਦੀ ਤਰ੍ਹਾਂ ਨੇ, ਬਰਾਬਰ ਬੇਕਾਰ ਨੇ, ਵਿਅਰਥ ਨੇ। ਕੱਪੜੇ, ਖਾਣੇ, ਭੋਗ, ਜੇ ਅੰਦਰ ਗੁਣ ਨਹੀਂ ਤਾਂ। ਖਾਕ ਲੁੜੇਂਦਾ ਤਿੰਨ ਖੇ, ਤਨ ਖੇ, ਸੌਰੀ ਤਨ, ਤਿੰਨ ਨਹੀਂ ਤਨ। ਖਾਕ ਲੁੜੇਂਦਾ ਤਨ ਖੇ, ਜੋ ਰੱਤੇ ਦੀਦਾਰ। ਲੱਲੇ ਤੇ ਦੋ ਲਗਾਂ ਲੱਗੀਆਂ ਨੇ, ਹੋੜਾ ਵੀ ਔਰ ਔਂਕੜ ਵੀ। ਜੋ ਅਸਲ ਲਫ਼ਜ਼ ਹੈ ਉਹ ਹੈ ਲੋੜੇਂਦਾ, ਹੋੜੇ ਨਾਲ, ਪਰ ਇੱਥੇ ਪੜਨਾ ਹੈ ਔਂਕੜ ਨਾਲ, ਲੁੜੇਂਦਾ। ਤਨ ਖੇ, ਖੇ ਦਾ ਮਤਲਬ ਮਿੱਟੀ, ਤਨ ਖੇ ਦਾ ਮਤਲਬ ਉਹਨਾਂ ਦੇ ਚਰਨਾਂ ਦੀ ਧੂੜ। ਜੋ ਰੱਤੇ ਦੀਦਾਰ ਕੇ,
ਜੋ ਪ੍ਰਭੂ ਦੇ ਦੀਦਾਰ ਵਿੱਚ ਰੰਗੇ ਹੋਏ ਨੇ, ਜਿਨ੍ਹਾਂ ਦੀ ਸੋਚ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਹੈ, ਜੋ ਰੱਬੀ ਗੁਣਾਂ ਦੇ ਧਾਰਨੀ ਨੇ, ਜੋ ਹਰ ਥਾਂ ਤੇ ਪ੍ਰਭੂ ਦਾ ਦੀਦਾਰ ਕਰਕੇ ਵਿਹਾਰ ਕਰਦੇ ਨੇ। ਗੁਰੂ ਜੀ ਕਹਿੰਦੇ ਨੇ, ਮੈਂ ਉਹਨਾਂ ਬੰਦਿਆਂ ਦੇ ਚਰਨਾਂ ਦੀ ਧੂੜ ਭਾਲਦਾ ਹਾਂ। ਲੋੜੀਂਦਾ ਦਾ ਮਤਲਬ ਲੋੜਦਾ ਹਾਂ, ਭਾਲਦਾ ਹਾਂ, ਲੱਭਦਾ ਹਾਂ, ਕਿ ਮੈਨੂੰ ਉਹਨਾਂ ਇਨਸਾਨਾਂ ਦੀ ਚਰਨ ਧੂੜ ਮਿਲੇ ਜੋ ਪ੍ਰਭੂ ਦੇ ਦੀਦਾਰ ਦੇ, ਪ੍ਰਭੂ ਦੇ ਪਿਆਰ ਦੇ ਰੰਗ ਦੇ ਅੰਦਰ ਰੰਗੇ ਹੋਏ ਨੇ। ਮੀਨਸ ਮੈਂ ਵੀ ਉਹਨਾਂ ਰਾਹਾਂ ਤੇ ਚੱਲ ਸਕਾਂ, ਮੈਨੂੰ ਵੀ ਉਹ ਸੋਚ ਮਿਲ ਸਕੇ। ਮਹਿਲਾ ਪੰਜਵਾਂ। ਕਿਆ ਤੱਕਹਿ ਬਿਆ ਪਾਸ, ਕਰ ਹੀੜੇ ਹਿਕ ਆਧਾਰ। ਬਿਆ ਦਾ ਮਤਲਬ ਦੂਜੇ, ਪਾਸ ਦਾ ਮਤਲਬ ਪਾਸੇ, ਹੀੜੇ ਦਾ ਮਤਲਬ ਹੈ ਮੇਰੇ ਹਿਰਦੇ, ਆਧਾਰ ਦਾ ਮਤਲਬ ਆਸਰਾ, ਤੇ ਪਾਸੇ ਦਾ ਮਤਲਬ ਵੀ ਆਸਰਾ ਹੈ। ਹੇ ਮੇਰੀ ਜਿੰਦੇ, ਪ੍ਰਭੂ ਨੂੰ ਛੱਡ ਕੇ ਸੁੱਖਾਂ ਦੀ ਖਾਤਰ ਹੋਰ ਆਸਰੇ ਕਿਉਂ ਤੱਕਦੀ ਹੈ? ਕਰ ਹੀੜੇ ਹਿਕ ਆਧਾਰ, ਕਿ ਹੇ ਮੇਰੇ ਮਨ, ਕੇਵਲ ਇੱਕ ਪ੍ਰਭੂ ਨੂੰ ਆਪਣਾ ਆਸਰਾ ਬਣਾ, ਪ੍ਰਭੂ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ। ਕਿਉਂਕਿ ਜੇ ਤੂੰ ਰੱਬੀ ਗੁਣਾਂ ਨੂੰ ਜ਼ਿੰਦਗੀ ਦਾ ਆਧਾਰ ਬਣਾ ਲੈ ਤਾਂ ਤੇਰੀਆਂ ਭੁੱਖਾਂ ਗਵਾਚ ਸਕਦੀਆਂ ਨੇ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜੇ ਸੁਖ ਮਾਨਣਾ ਚਾਹੁੰਦਾ ਹੈ ਤਾਂ ਹੋਰ ਆਸਰੇ ਨਾ ਪਾਲ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਦਾ ਆਸਰਾ ਨਾ ਲੈ। ਇਹਨਾਂ ਨਾਲ ਸੁਖ ਨਹੀਂ ਮਿਲਣਾ। ਸਤ, ਸੰਤੋਖ, ਦਇਆ, ਧਰਮ ਨੂੰ ਜ਼ਿੰਦਗੀ ਦਾ ਬੇਸ ਬਣਾ। ਅਵਰਤਨ, ਰਾਤੇ, ਸਰਾਤ ਤੇ ਜਿੰਨੇ ਵੀ ਆ ਧਾਰਮਿਕ ਕਰਮ ਕਾਂਡ, ਤੀਰਥ ਯਾਤਰਾਵਾਂ, ਦੂਜੇ ਤੀਜੇ, ਇਹਨਾਂ ਨੂੰ ਆਪਣੇ ਜੀਵਨ ਦਾ ਆਸਰਾ ਨਾ ਬਣਾ। ਇਹਨਾਂ ਦੇ ਆਸਰੇ ਨਾ ਤੱਕ। ਵਾਸਤੂ ਸ਼ਾਸਤਰ ਵਾਲੇ ਤੇ ਜੋਤਿਸ਼ ਸ਼ਾਸਤਰ ਵਾਲੇ ਤੇ ਦੂਜੇ ਤੀਜੇ ਬਾਬਿਆਂ ਦੇ ਜਿਹੜੇ ਆ ਮੰਤਰ ਜੰਤਰ ਨੇ, ਇਹਨਾਂ ਨੂੰ ਆਪਣੇ ਜੀਵਨ ਦਾ ਆਸਰਾ ਨਾ ਬਣਾ। ਇਹਨਾਂ ਦੇ ਆਸਰੇ ਨਾ ਪਾਲ। ਕਿਉਂ ਲੱਭਦਾ ਹੈ ਇੱਧਰ? ਕਿਉਂ ਇਹ ਆਸਰੇ ਤੱਕਦਾ ਫਿਰਦਾ ਹੈ? ਕਰ ਹੀੜੇ ਹਿਕ ਆਧਾਰ, ਐ ਮੇਰੇ ਮਨਾ, ਇੱਕ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ। ਇੱਕ ਰੱਬੀ ਰਜ਼ਾ ਦੇ ਅੰਦਰ ਚੱਲ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ, ਤਾਂ ਤੇਰਾ ਜੀਵਨ ਸਫਲਾ ਹੋ ਸਕਦਾ ਹੈ। ਥਿਓ ਸੰਤਨ ਕੀ ਰੇਣ, ਜਿਤ ਲੱਭੀ ਸੁਖ ਦਾਤਾਰ। ਸੁਖ ਦਾਤਾਰ ਦਾ ਮਤਲਬ ਸੁਖਾਂ ਦਾ ਦਾਤਾ। ਥਿਓ ਸੰਤਨ ਕੀ ਰੇਣ, ਇੱਥੇ ਸੰਤਨ ਦਾ ਮਤਲਬ ਚੋਲਿਆਂ ਵਾਲੇ ਬਾਬੇ ਨਹੀਂ। ਸੰਤਨ ਦਾ ਮਤਲਬ ਜੋ ਸਚਿਆਰ ਪੁਰਸ਼ ਨੇ, ਰੱਬੀ ਰਜਾ ਵਿੱਚ ਤੁਰਨ ਵਾਲੇ ਨੇ। ਉਹਨਾਂ ਦੇ ਚਰਨਾਂ ਦੀ ਧੂੜ ਬਣ, ਜਿਹਦੀ ਬਰਕਤ ਦੇ ਨਾਲ ਤੈਨੂੰ ਸੁੱਖਾਂ ਦਾ ਦਾਤਾ ਮਿਲ ਜਾਏਗਾ। ਜਿਨ੍ਹਾਂ ਦੇ ਰਾਹਾਂ ਤੇ ਚੱਲਿਆ ਸੁੱਖਾਂ ਦਾ ਦਾਤਾ ਮਿਲ ਜਾਏਗਾ। ਜੋ ਸੁੱਖਾਂ ਦਾ ਸਾਗਰ ਹੈ, ਉਹਦੇ ਨਾਲ ਤੇਰਾ ਨਾਤਾ ਬਣ ਜਾਏਗਾ। ਇਸ ਲਈ ਚੰਗੇ ਇਨਸਾਨਾਂ ਦੀ ਸੰਗਤ ਕਰ, ਉਹਨਾਂ ਦੀ ਚਰਨ ਰੇਣ ਹੋ, ਭਾਵ ਕਿ ਉਹਨਾਂ ਦੀ ਸੋਚ ਹਾਸਲ ਕਰ। ਉਸ ਰਾਹ ਤੇ ਚੱਲ ਜਿਹੜੇ ਰੱਬ ਦੇ ਪਿਆਰੇ ਨੇ, ਜੋ ਸਚਿਆਰ ਨੇ, ਜਿਸ ਕਰਕੇ ਤੈਨੂੰ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਦਾਤਾ ਮਿਲ ਜਾਏ। ਪੌੜੀ। ਵਿਣ ਕਰਮਾ ਹਰ ਜੀਉ ਨਾ ਪਾਈਐ, ਬਿਨ ਸਤਿਗੁਰ ਮਨੁਆ ਨਾ ਲੱਗੈ। ਇੱਥੇ ਕਰਮਾਂ ਦਾ ਮਤਲਬ ਹੈ ਕੰਮ, ਕਰਮ, ਉਦਮ, ਕਿ ਜੋ ਅਸੀਂ ਕਰਮ ਕਰਨੇ ਨੇ। ਹੁਣ ਦੇਖੋ, ਰੱਬ ਦੇ ਨਾਲ ਜੇ ਅਸੀਂ ਮਿਲਾਪ ਚਾਹੁੰਦੇ ਹਾਂ ਤਾਂ ਝੂਠ ਬੋਲ ਕੇ ਤੇ ਨਹੀਂ ਨਾ, ਉਦਮ ਤੋਂ ਬਿਨਾਂ ਤੇ ਨਹੀਂ ਨਾ। ਸਾਡੀ ਜ਼ਿੰਦਗੀ ਵਿੱਚ ਸੱਚ ਬੋਲਣ ਦਾ ਉਦਮ ਹੀ ਨਾ ਹੋਵੇ, ਨਾ ਤੇ ਅਸੀਂ ਸੱਚ ਬੋਲੀਏ, ਨਾ ਦਇਆ ਕਰੀਏ, ਨਾ ਸੰਤੋਖ ਦੇ ਧਾਰਨੀ ਹੋਈਏ, ਨਾ ਸਾਡੀ ਜ਼ਿੰਦਗੀ ਵਿੱਚ ਪ੍ਰੇਮ ਹੋਵੇ, ਤੇ ਅਸੀਂ ਰੱਬ ਨੂੰ ਪਾਣਾ ਚਾਹੀਏ, ਤਾਂ ਕਿਵੇਂ ਪਾ ਲਵਾਂਗੇ? ਤਾਂ ਗੁਰੂ ਜੀ ਕਹਿੰਦੇ ਨੇ, ਸ਼ੁਭ ਕਰਮਾਂ ਤੋਂ ਬਿਨਾਂ ਪ੍ਰਭੂ ਨਹੀਂ ਮਿਲਦਾ, ਉਦਮ ਤੋਂ ਬਿਨਾਂ ਪ੍ਰਭੂ ਨਹੀਂ ਮਿਲਦਾ। ਬਿਨ ਸਤਿਗੁਰ ਮਨੁਆ ਨਾ ਲੱਗੈ। ਪਰ ਗੁਰੂ ਤੋਂ ਬਿਨਾਂ ਮਨੁੱਖ ਦਾ ਮਨ ਜਿਹੜਾ ਹੈ ਸ਼ੁਭ ਕੰਮਾਂ ਵਿੱਚ ਨਹੀਂ ਲੱਗਦਾ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਤੋਂ ਬਿਨਾਂ ਜਿਹੜਾ ਮਨ ਹੈ, ਇਸ ਉਦਮ ਦੇ ਅੰਦਰ ਨਹੀਂ ਲੱਗਦਾ। ਉਦਮ ਕਰਨਾ ਪਵੇਗਾ, ਸ਼ੁਭ ਗੁਣਾਂ ਦੇ ਧਾਰਨੀ ਹੋਣਾ ਪਵੇਗਾ। ਰੱਬੀ ਰਜਾ ਦੇ ਅੰਦਰ ਜ਼ਿੰਦਗੀ ਜੀਵਾਂਗੇ ਤਾਂ ਹੀ ਮਿਲੇਗਾ ਨਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਪਰ ਰੱਬੀ ਰਜਾ ਦੀ ਸਮਝ, ਰੱਬੀ ਗੁਣਾਂ ਦੀ ਸੂਝ ਗੁਰੂ ਤੋਂ ਬਿਨਾਂ, ਗਿਆਨ ਤੋਂ ਬਿਨਾਂ ਆ ਨਹੀਂ ਸਕਦੀ। ਇਸ ਲਈ ਗੁਰੂ ਜੀ ਕਹਿੰਦੇ ਨੇ, ਗੁਰੂ ਗਿਆਨ ਤੋਂ ਬਿਨਾਂ ਸ਼ੁਭ ਕਰਮਾਂ ਦੇ ਅੰਦਰ ਰੱਬੀ ਰਜਾ ਵਿੱਚ ਮਨ ਨਹੀਂ ਲੱਗਦਾ, ਤੇ ਸ਼ੁਭ ਕਰਮਾਂ ਔਰ ਰੱਬੀ ਰਜਾ ਵਿੱਚ ਮਨ ਲਾਣ ਤੋਂ ਬਿਨਾਂ, ਇਹ ਉਦਮ ਕਰਨ ਤੋਂ ਬਿਨਾਂ ਪ੍ਰਭੂ ਨਹੀਂ ਮਿਲਦਾ।
ਧਰਮ ਧੀਰਾ ਕਲ ਅੰਦਰੇ ਇਹ ਪਾਪੀ ਮੂਲ ਨਾ ਤੱਗੈ। ਧੀਰਾ ਦਾ ਮਤਲਬ ਟਿਕੇ ਰਹਿਣ ਵਾਲਾ, ਤੱਗੇ ਦਾ ਮਤਲਬ ਟਿਕਾਓ ਵਿੱਚ ਨਹੀਂ ਨਿਭ ਸਕਦਾ, ਟਿਕਾਓ ਵਿੱਚ ਨਹੀਂ ਨਿਭ ਨਹੀਂ ਸਕਦਾ। ਤਾਂ ਧਰਮ ਧੀਰਾ ਕਲ ਅੰਦਰੇ, ਸੰਸਾਰ ਵਿੱਚ ਧਰਮ ਹੀ ਇੱਕ ਰਸ ਰਹਿੰਦਾ ਹੈ। ਧਰਮ ਇੱਕ ਰਸ ਹੈ, ਧਰਮ ਕਦੇ ਖਤਮ ਨਹੀਂ ਹੁੰਦਾ। ਤੇ ਧਰਮ ਦਾ ਮਤਲਬ ਇਹ ਜੋ ਕੁਦਰਤ ਦਾ ਬਜਵਾਂ ਨਿਯਮ ਹੈ, ਜੋ ਰੱਬ ਦੀ ਰਜ਼ਾ ਹੈ, ਜਿਹਨੂੰ ਅਸੀਂ ਸੱਚ ਵੀ ਕਹਿ ਸਕਦੇ ਹਾਂ। ਕਲ ਦਾ ਮਤਲਬ ਜਗਤ ਵਿੱਚ, ਸੰਸਾਰ ਵਿੱਚ, ਸੰਸਾਰ ਦੇ ਅੰਦਰ ਪ੍ਰਭੂ ਦਾ ਜੋ ਇੱਕ ਬਜਵਾਂ ਨਿਯਮ, ਜੋ ਹੁਕਮ ਹੈ, ਉਹ ਇੱਕ ਰਸ ਰਹਿੰਦਾ ਹੈ। ਪਰ ਇਹ ਮਨ ਜਦੋਂ ਤੱਕ ਪਾਪਾਂ ਵਿੱਚ ਪ੍ਰਵਿਰਤ ਹੈ, ਬਿਲਕੁਲ ਅਡੋਲਤਾ ਵਿੱਚ ਇਹ ਟਿਕ ਨਹੀਂ ਸਕਦਾ। ਇਹ ਪਾਪੀ ਮੂਲ ਨਾ ਤੱਗੈ। ਤੱਗੇ ਦਾ ਮਤਲਬ ਟਿਕਾਓ ਵਿੱਚ ਨਹੀਂ ਰਹਿੰਦਾ। ਜਦੋਂ ਤੱਕ ਇਹ ਮਨ ਪਾਪਾਂ ਦੇ ਵਿੱਚ ਲੱਗਾ ਹੋਇਆ ਹੈ, ਪਾਪੀ ਹੈ, ਉਦੋਂ ਤੱਕ ਇਹ ਮਨ ਟਿਕ ਹੀ ਨਹੀਂ ਸਕਦਾ। ਸੱਚ ਦੇ ਵਿੱਚ ਕਿਵੇਂ ਟਿਕੇਗਾ? ਪਾਪਾਂ ਦਾ ਤਿਆਗ ਕਰੇ, ਰੱਬੀ ਰਜ਼ਾ ਦੇ ਅੰਦਰ ਤੁਰੇ। ਤਾਂ ਗੁਰੂ ਜੀ ਇੱਥੇ ਸਮਝਾ ਰਹੇ ਨੇ, ਰੱਬੀ ਰਜ਼ਾ, ਕੁਦਰਤ ਦਾ ਬਜਵਾਂ ਨਿਯਮ, ਰੱਬ ਦਾ ਹੁਕਮ ਇਸ ਸੰਸਾਰ ਦੇ ਅੰਦਰ ਸਦਾ ਥਿਰ ਹੈ। ਲੇਕਿਨ ਮਨ ਕਿਉਂਕਿ ਰੱਬੀ ਰਜ਼ਾ ਦੇ ਵਿੱਚ ਨਹੀਂ ਤੁਰਦਾ, ਇਸ ਕਰਕੇ ਪਾਪਾਂ ਦੇ ਵਿੱਚ ਲੱਗਿਆ ਰਹਿੰਦਾ ਹੈ ਔਰ ਕਦੇ ਵੀ ਟਿਕਾਵ ਵਿੱਚ ਨਹੀਂ ਆਉਂਦਾ। ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਘੜੀ ਮੁਹਤ ਨਾ ਲੱਗੇ। ਕਿਉਂਕਿ ਕੀਤੇ ਹੋਏ ਵਿਕਾਰਾਂ ਦਾ ਜਿਹੜਾ ਮਾਨਸਿਕ ਸਿੱਟਾ ਨਿਕਲਦਿਆਂ ਰਤਾ ਜਿੰਨਾ ਸਮਾਂ ਵੀ ਨਹੀਂ ਲੱਗਦਾ। ਇਹ ਕਰ ਕਰੇ ਸੋ ਇਹ ਕਰ ਪਾਏ, ਇਹ ਹੱਥ ਕਰੇਗਾ ਨਾ ਤੇ ਇਹ ਹੱਥ ਹੀ ਪਾਏਗਾ। ਮੰਨ ਲਓ ਤੁਸੀਂ ਸੱਜੇ ਹੱਥ ਦੇ ਨਾਲ ਰੋਟੀਆਂ ਸੇਕ ਰਹੇ ਹੋ ਤੇ ਰੋਟੀਆਂ ਸੇਕਦਿਆਂ ਕਿਤੇ ਸੱਜੇ ਹੱਥ ਦੀ ਇੱਕ ਉਂਗਲੀ ਤੱਤੇ ਤਵੇ ਨਾਲ ਲੱਗ ਗਈ, ਤਾਂ ਸੱਜੇ ਹੱਥ ਦੀ ਉਂਗਲੀ ਹੀ ਸੜੇਗੀ, ਖੱਬੇ ਦੀ ਨਹੀਂ ਸੜਨੀ। ਇਹ ਕਰ ਕਰੇ ਸੋ ਇਹ ਕਰ ਪਾਏ, ਇਹ ਹੱਥ ਕਰੇਗਾ ਤੇ ਇਹ ਹੀ ਪਾਏਗਾ। ਮਤਲਬ ਕਿ ਉਸੇ ਵੇਲੇ ਨਾਲ ਦੇ ਨਾਲ ਕੀਤੇ ਕਰਮਾਂ ਦਾ, ਵਿਕਾਰਾਂ ਦਾ ਸਿੱਟਾ ਜਿਹੜਾ ਹੈ ਉਹ ਨਿਕਲਦਾ ਹੈ ਤੇ ਇਹ ਸਿੱਟਾ ਨਿਕਲਦਿਆਂ ਰਤਾ ਜਿੰਨਾ ਸਮਾਂ ਵੀ ਨਹੀਂ ਲੱਗਦਾ। ਤੇ ਇਹ ਸਿੱਟਾ ਨਿਕਲਦਾ ਹੈ ਮਾਨਸਿਕ ਤੌਰ ਤੇ ਪਰੇਸ਼ਾਨੀ ਦਾ, ਖੁਸ਼ੀ ਜਾਂ ਗਮੀ ਦਾ। ਪ੍ਰੋਫੈਸਰ ਸਾਹਿਬ ਸਿੰਘ ਜੀ ਇਸੇ ਤਰ੍ਹਾਂ ਲਿਖ ਰਹੇ ਨੇ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ। ਕਿਉਂਕਿ ਕੀਤੇ ਵਿਕਾਰਾਂ ਦਾ ਮਾਨਸਿਕ ਸਿੱਟਾ ਨਿਕਲਦਿਆਂ ਰਤਾ ਵੀ ਸਮਾਂ ਨਹੀਂ ਲੱਗਦਾ। ਜੋ ਕੁਛ ਇਹ ਹੱਥ ਕਰਦਾ ਹੈ ਉਹਦਾ ਫਲ ਇਹ ਹੀ ਹੱਥ ਪਾ ਲੈਂਦਾ ਹੈ। ਇੱਥੇ ਮਾਨਸਿਕ ਪੀੜਾ ਹੈ। ਸਾਡਾ ਇੱਕ ਦੁਖਾਂਤ ਹੈ ਕਿ ਅਸੀਂ ਸਜ਼ਾ ਉਹਨੂੰ ਸਮਝਦੇ ਹਾਂ ਕਿ ਜੇ ਕਿਸੇ ਨੇ ਮਾੜਾ ਕਰਮ ਕੀਤਾ ਹੈ ਤੇ ਉਹਦੀ ਲੱਤ ਬਾਂਹ ਟੁੱਟੇ, ਉਹਦਾ ਐਕਸੀਡੈਂਟ ਹੋਵੇ, ਉਹਨੂੰ ਕੈਂਸਰ ਹੋਵੇ, ਤਾਂ ਅਸੀਂ ਸਮਝਾਂਗੇ ਕਿ ਉਹਨੂੰ ਸਜ਼ਾ ਮਿਲੀ ਹੈ। ਇਸ ਤੋਂ ਘੱਟ ਅਸੀਂ ਸਜ਼ਾ ਸਮਝਦੇ ਨਹੀਂ। ਗੱਲ ਹੈਗੀ ਹੈ ਮਾਨਸਿਕ ਤੌਰ ਤੇ ਕਿ ਜਿਹੜਾ ਬੰਦਾ ਵਿਕਾਰਾਂ ਦੇ ਵਿੱਚ ਖਚਤ ਹੈ, ਉਹਦੀ ਜ਼ਿੰਦਗੀ ਦੇ ਅੰਦਰ ਮਾਨਸਿਕ ਸ਼ਾਂਤੀ ਨਹੀਂ ਹੁੰਦੀ। ਮਾਨਸਿਕ ਤੌਰ ਤੇ ਬੰਦਾ ਅੰਦਰੋਂ ਪਰੇਸ਼ਾਨ ਹੁੰਦਾ। ਤੇ ਜਦੋਂ ਤੁਸੀਂ ਵਿਕਾਰ ਕਮਾਓਗੇ ਨਾ, ਉਹਦਾ ਸਿੱਟਾ ਮਾਨਸਿਕ ਤੌਰ ਤੇ ਨਾਲ ਦੇ ਨਾਲ ਅੰਦਰ ਡਰ ਆਦਿਕ ਪੈਦਾ ਕਰੇਗਾ। ਜੇ ਤੁਸੀਂ ਚੰਗਾ ਕਰਮ ਕਰੋਗੇ ਨਾ ਤਾਂ ਤੁਹਾਡੇ ਅੰਦਰ ਮਾਨਸਿਕ ਸ਼ਾਂਤੀ ਮਿਲੇਗੀ, ਖੁਸ਼ੀ ਹੋਏਗੀ, ਤੁਹਾਨੂੰ ਇੱਕ ਪਲ ਵੀ ਨਹੀਂ ਲੱਗਦਾ। ਚਾਰੇ ਯੁਗ ਮੈਂ ਸੋਧਿਆ, ਵਿਣ ਸੰਗਤ ਅਹੰਕਾਰ ਨਾ ਭੱਗੈ। ਚਾਰੇ ਯੁਗ ਦਾ ਮਤਲਬ ਜਦੋਂ ਤੋਂ ਦੁਨੀਆ ਬਣੀ ਹੈ। ਮੈਂ ਸੋਧਿਆ ਦਾ ਮਤਲਬ ਮੈਂ ਸਾਰੇ ਸਮੇਂ ਨੂੰ ਵਿਚਾਰ ਕੇ ਵੇਖਿਆ ਹੈ ਤੇ ਵਿਚਾਰ ਦਾ ਸਿੱਟਾ ਕੀ ਨਿਕਲਿਆ ਹੈ? ਵਿਣ ਸੰਗਤ ਅਹੰਕਾਰ ਨਾ ਭੱਗੈ। ਸੰਗਤ ਤੋਂ ਬਿਨਾ ਸੰਗਤ ਤੋਂ ਅਹੰਕਾਰ ਦੂਰ ਨਹੀਂ ਹੁੰਦਾ। ਜੇ ਬੰਦਾ ਸੱਚ ਦੀ ਸੰਗਤ ਨਾ ਕਰੇ, ਗੁਰੂ ਦੀ ਸੰਗਤ ਨਾ ਕਰੇ, ਚੰਗੇ ਇਨਸਾਨਾਂ ਦੀ ਸੰਗਤ ਨਾ ਕਰੇ, ਤਾਂ ਅਹੰਕਾਰ ਦੂਰ ਨਹੀਂ ਹੁੰਦਾ। ਸੱਚ ਦੀ ਸੰਗਤ, ਗੁਰੂ ਦੇ ਗਿਆਨ ਦੀ ਸੰਗਤ, ਇਹਦੇ ਤੋਂ ਬਿਨਾਂ ਹੰਕਾਰ ਦੂਰ ਨਹੀਂ ਹੁੰਦਾ। ਬੇਸ਼ੱਕ ਵਰਤ ਰੱਖ ਲਓ, ਨਰਾਤੇ ਕਰ ਲਓ, ਸਰਾਧ ਕਰ ਲਓ, ਤੀਰਥਾਂ ਤੇ ਨਹਾ ਲਓ, ਜਪ ਤਪ ਸੰਜਮ ਕਰ ਲਓ, ਸਗੋਂ ਹੋਰ ਅਹੰਕਾਰ ਵਧੇਗਾ। ਕਰਮ ਕਰਤ ਵਧੇ ਅਹਮੇਵ। ਜਿਵੇਂ ਜਿਵੇਂ ਬੰਦਾ ਵਿਖਾਵੇ ਦੇ ਕਰਮ ਕਰਦਾ ਹੈ, ਹੰਕਾਰ ਹੋਰ ਵਧੀ ਜਾਂਦਾ ਹੈ। ਤਾਂ ਸੰਗਤ ਤੋਂ ਬਿਨਾਂ ਹੰਕਾਰ ਦੂਰ ਨਹੀਂ ਹੁੰਦਾ। ਹਉਮੈ ਮੂਲ ਨਾ ਛੁੱਟਈ, ਵਿਣ ਸਾਧੂ ਸਤ ਸੰਗੈ। ਹੁਣ ਸੰਗਤ ਕਿਹਦੀ ਕਰਨੀ ਹੈ? ਅਗਲੀ ਪੰਕਤੀ ਵਿੱਚ ਦੱਸ ਰਹੇ ਨੇ। ਸਾਧੂ ਦਾ ਮਤਲਬ ਗੁਰੂ। ਗੁਰੂ ਦੀ ਸੰਗਤ ਤੋਂ ਬਿਨਾਂ ਹਉਮੈ ਬਿਲਕੁਲ ਵੀ ਨਹੀਂ ਮੁੱਕਦੀ। ਹਉਮੈ ਮੂਲ ਨਾ ਛੁੱਟੇ, ਮੂਲ ਦਾ ਮਤਲਬ ਮੂਲੋਂ, ਬਿਲਕੁਲ।
ਗੁਰੂ ਦੀ ਸੰਗਤ ਤੋਂ ਬਿਨਾ, ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾ ਹਉਮੈ ਬਿਲਕੁਲ ਨਹੀਂ ਖਤਮ ਹੁੰਦੀ। ਤੇ ਸਤਸੰਗ ਦਾ ਜਦੋਂ ਤੁਸੀਂ ਗਹਿਰਾ ਅਰਥ ਪੜੋਗੇ ਨਾ, ਸੰਗ ਦਾ ਮਤਲਬ, ਸੰਗ ਦੋ ਸ਼ਬਦਾਂ ਤੋਂ ਬਣਿਆ ਹੈ, ਸੰਗ ਪਲਸ ਗਤ, ਸੰਗਤ। ਸੰਗ ਪਲਸ ਗਤ, ਗਤ ਦਾ ਮਤਲਬ ਚਲੇ ਜਾਣਾ, ਤੇ ਸੰਗ ਦਾ ਮਤਲਬ ਸਵੈਮ, ਆਪਣਾ ਆਪਾ। ਆਪਣਾ ਆਪਾ ਚਲਾ ਜਾਏ, ਸਿਰਫ ਸੱਤ ਰਹਿ ਜਾਏ, ਸਚਾਈ ਰਹਿ ਜਾਏ। ਜਦੋਂ ਆਪਣਾ ਆਪਾ ਕੋਈ ਸੱਚ ਦੇ ਅੰਦਰ ਲੀਨ ਕਰ ਦਿੰਦਾ ਤਾਂ ਸਮਝ ਲਓ ਸੱਚ ਦੀ ਸੰਗਤ ਕਰ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਦੀ ਸੱਚੀ ਸੰਗਤ ਤੋਂ ਬਿਨਾ, ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾ ਹਉਮੈ ਬਿਲਕੁਲ ਨਹੀਂ ਮੁਕਤੀ। ਤਿਚਰ ਥਾ ਨਾ ਪਾਵਈ, ਜਿਚਰ ਸਾਹਿਬ ਸਿਉ ਮਨ ਭੰਗੈ। ਭੰਗੇ ਦਾ ਮਤਲਬ ਭੰਗ, ਵਿਥ, ਭੰਗ ਹੋ ਜਾਣਾ, ਟੁੱਟ ਜਾਣਾ, ਵਿਥ ਪੈ ਜਾਣੀ। ਥਾ ਦਾ ਮਤਲਬ ਡੂੰਘਾਈ, ਤਿਚਰ ਦਾ ਮਤਲਬ ਉਦੋਂ ਤੱਕ। ਤਾਂ ਜਦ ਤੱਕ ਮਨ ਵਿੱਚ ਹਉਮੈ ਹੈ, ਉਦੋਂ ਤੱਕ ਪ੍ਰਭੂ ਦੇ ਨਾਲੋਂ ਵਿਥ ਹੈ, ਤੇ ਜਦੋਂ ਤੱਕ ਮਾਲਕ ਦੇ ਨਾਲੋਂ ਵਿਥ ਹੈ, ਤਦੋਂ ਤੱਕ ਮਨੁੱਖ ਉਹਦੇ ਗੁਣਾਂ ਦੀ ਡੂੰਘਾਈ ਨੂੰ ਜਾਣ ਨਹੀਂ ਸਕਦਾ, ਉਹਦੇ ਗੁਣਾਂ ਦੀ ਸਾਰ ਨੂੰ ਜਾਣ ਨਹੀਂ ਸਕਦਾ, ਉਹਦਾ ਅੰਤ ਜਾਣ ਨਹੀਂ ਸਕਦਾ ਜਦੋਂ ਤੱਕ ਵਿਥ ਹੈ। ਕਿਵੇਂ ਜਾਣੇਗਾ? ਇੱਕ ਬੂੰਦ ਸਮੁੰਦਰ ਤੋਂ ਵੱਖਰੀ ਹੈ, ਬੇਸ਼ੱਕ ਉਹ ਸਮੁੰਦਰ ਤੋਂ ਹੁਣੇ-ਹੁਣੇ ਵੱਖਰੀ ਹੋਈ ਹੈ, ਤੇ ਜੇ ਉਸ ਬੂੰਦ ਨੂੰ ਕੋਈ ਕਹੇ ਵੀ ਸਮੁੰਦਰ ਵਿੱਚ ਕਿੰਨਾ ਪਾਣੀ ਹੈ, ਕਿੰਨਾ ਡੂੰਘਾ ਹੈ, ਤਾਂ ਕੀ ਦੱਸੇਗੀ? ਜੋ ਦੱਸੇਗੀ ਇੰਨਾ ਕੁ ਹੋਏਗਾ, ਉਹ ਇੰਨਾ ਕੁ ਦੱਸ ਪਾਏਗੀ, ਕਿਉਂਕਿ ਉਹਦਾ ਵਜੂਦ ਹੀ ਇੰਨਾ ਕੁ ਹੈ। ਜੇ ਮੈਂ ਸੰਸਾਰ ਬਾਰੇ ਕੁਝ ਦੱਸਣਾ ਚਾਹਾਂ ਤਾਂ ਮੈਂ ਤੁਹਾਨੂੰ ਕੀ ਦੱਸਾਂਗਾ? ਕੱਖ ਵੀ ਨਹੀਂ ਦੱਸ ਪਾਵਾਂਗਾ, ਕੱਖ ਵੀ ਨਹੀਂ, ਕਿਉਂਕਿ ਮੇਰੀ ਮੱਤ ਹੀ ਇੰਨੀ ਕੁ ਹੈ, ਇੰਨੀ ਕੁ ਸਮਝ ਹੈ ਮੇਰੀ, ਇੱਕ ਕਣਕੇ ਤੋਂ ਵੀ ਘੱਟ। ਤਾਂ ਮੈਂ ਸੰਸਾਰ ਬਾਰੇ ਕੀ ਬਿਆਨ ਕਰਾਂਗਾ? ਕੱਖ ਵੀ ਨਹੀਂ ਬਿਆਨ ਹੋਣਾ। ਨਾ ਮੈਂ ਧਰਤੀ ਬਾਰੇ ਕੁਝ ਕਹਿ ਸਕਣਾ, ਨਾ ਚੰਦਰਮਾ ਬਾਰੇ, ਨਾ ਆਕਾਸ਼ ਬਾਰੇ, ਅਨੰਤ ਆਕਾਸ਼ ਗੰਗਾਵਾਂ ਨੇ, ਨਾ ਰੱਬੀ ਗੁਣਾਂ ਬਾਰੇ ਮੈਂ ਕੀ ਦੱਸ ਸਕਣਾ। ਔਰ ਇੱਕ ਹਕੀਕਤ ਹੈ, ਜਦੋਂ ਤੱਕ ਦੂਰੀ ਹੈ ਉਦੋਂ ਤੱਕ ਬੰਦਾ ਕੁਝ ਨਹੀਂ ਕਹਿ ਸਕਦਾ। ਤੇ ਜੇ ਉਹ ਬੂੰਦ ਸਮੁੰਦਰ ਦੇ ਵਿੱਚ ਮਿਲ ਜਾਏ ਤੇ ਫਿਰ ਉਸ ਸਮੁੰਦਰ ਦਾ ਹੀ ਉਹ ਰੂਪ ਹੋ ਜਾਏਗੀ। ਤੇ ਜੇ ਹੁਣ ਬੂੰਦ ਨੂੰ ਆਵਾਜ਼ ਮਾਰੋ ਵੀ ਹੁਣ ਤੂੰ ਦੱਸ ਵੀ ਸਮੁੰਦਰ ਕਿੱਡਾ ਵੱਡਾ ਹੈ, ਹੁਣ ਅੱਗੋਂ ਆਵਾਜ਼ ਨਹੀਂ ਆਉਣੀ, ਕਿਉਂਕਿ ਬੂੰਦ ਹੀ ਨਹੀਂ ਰਹੀ, ਹੁਣ ਸਮੁੰਦਰ ਹੋ ਗਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਤੱਕ ਰੱਬ ਨਾਲੋਂ ਵਿਥ ਹੈ, ਉਦੋਂ ਤੱਕ ਰੱਬੀ ਗੁਣਾਂ ਦੀ ਥਾਂ ਨਹੀਂ ਪੈਂਦੀ। ਜਿਨ ਜਨ ਗੁਰਮੁਖ ਸੇਵਿਆ, ਤਿਸ ਘਰ ਦੀਵਾਨ ਅਪੱਗੈ। ਘਰ ਦਾ ਮਤਲਬ ਘਰ ਵਿੱਚ, ਹਿਰਦੇ ਵਿੱਚ। ਅਪੱਗੈ ਦਾ ਮਤਲਬ ਨਾ ਨਾਸ ਹੋਣ ਵਾਲਾ। ਜਿਨ ਜਨ ਦਾ ਮਤਲਬ ਜਿਸ ਜਨ ਨੇ, ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਅਪਣਾਇਆ, ਪ੍ਰਭੂ ਦੀ ਰਜ਼ਾ ਵਿੱਚ ਤੁਰਿਆ। ਸੇਵਿਆ ਦਾ ਮਤਲਬ ਰੱਬੀ ਸਿਫਤ ਸਲਾਹ ਕੀਤੀ, ਜਾਂ ਰੱਬੀ ਗੁਣ ਗਾਏ, ਜਾਂ ਰੱਬੀ ਰਜ਼ਾ ਵਿੱਚ ਤੁਰਿਆ। ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੀ ਸਿਫਤ ਸਲਾਹ ਕੀਤੀ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕੀਤਾ, ਉਹਦੇ ਘਰ ਦੇ ਅੰਦਰ ਅਬਿਨਾਸ਼ੀ ਪ੍ਰਭੂ ਦਾ ਦਰਬਾਰ ਲੱਗ ਗਿਆ। ਦਰਬਾਰ ਲੱਗਣ ਦਾ ਮਤਲਬ ਰੱਬ ਆਪ ਉਹਦੇ ਹਿਰਦੇ ਵਿੱਚ ਆ ਵਸਿਆ। ਉਹਦਾ ਹਿਰਦਾ, ਉਹਦੀ ਸੋਚ ਰੱਬ ਦਾ ਘਰ ਬਣ ਗਿਆ। ਕਿਹਦਾ? ਜਿਨਨੇ ਗੁਰੂ ਦੀ ਸ਼ਰਨੀ ਪੈ ਕੇ ਰੱਬੀ ਗੁਣਾਂ ਨੂੰ ਇੰਪਲੀਮੈਂਟ ਕੀਤਾ, ਉਹਦਾ ਹਿਰਦਾ ਰੱਬ ਦਾ ਦੀਵਾਨ ਬਣ ਜਾਂਦਾ ਹੈ, ਰੱਬ ਦਾ ਦਰਬਾਰ ਬਣ ਜਾਂਦਾ ਹੈ, ਉਹਦੇ ਅੰਦਰ ਰੱਬ ਦਾ ਦਰਬਾਰ ਲੱਗ ਜਾਂਦਾ ਹੈ। ਮੀਨਸ ਕਿ ਉਹਦੇ ਅੰਦਰ ਰੱਬ ਆਪ ਆਵਸਥਾ ਹੈ। ਦੇਖੋ ਕਿੰਨਾ ਸੌਖਾ ਸਿੰਪਲ ਸਾਧਨ ਹੈ ਕਿ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਸਿਰਫ ਗੁਣਾਂ ਨੂੰ ਇੰਪਲੀਮੈਂਟ ਕਰਕੇ ਰੱਬ ਵਰਗੇ ਹੋ ਜਾਣਾ। ਹਰ ਕਿਰਪਾ ਤੇ ਸੁਖ ਪਾਇਆ, ਗੁਰ ਸਤਗੁਰ ਚਰਣੀ ਲੱਗੈ। ਪ੍ਰਭੂ ਦੀ ਰਹਿਮਤ ਦੇ ਨਾਲ ਮਨੁੱਖ ਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ, ਤੇ ਗੁਰੂ ਦੀ ਰਹਿਮਤ, ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਆਤਮਿਕ ਸੁਖ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੀ ਬਖਸ਼ਿਸ਼ ਨਾਲ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਲੱਗਦਾ ਹੈ, ਮਤਲਬ ਰੱਬੀ ਰਜ਼ਾ ਵਿੱਚ ਤੁਰਦਾ ਹੈ। ਤੇ ਜੋ ਮਨੁੱਖ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਉਹ ਮਨੁੱਖ ਆਤਮਿਕ ਸੁਖ ਪਾ ਲੈਂਦਾ ਹੈ। ਤਾਂ ਅਸੀਂ ਵੀ ਗੁਰੂ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਆਪ ਕਰੀਏ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਛੋਟਾ ਮੋਟਾ ਸਵਾਲ ਹੈ
ਤਾਂ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣਾ ਕੋਈ ਵਿਚਾਰ ਦੇਣਾ ਹੈ ਤਾਂ ਵਿਚਾਰ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ